यस सर। ओके, यस सर। सो प्लीਜ਼ ਧਿਆਨ ਨਾਲ ਸਮਝਿਓ, ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈਗਾ, ਆਲਰੇਡੀ ਬਹੁਤ ਵਾਰੀ ਮੈਂ ਕਹਿ ਚੁੱਕਿਆ। ਠੀਕ ਹੈ, ਜਿੱਥੇ ਡਾਊਟ ਹੁੰਦਾ ਨਾਲ ਹੀ ਤੁਸੀਂ ਪੁੱਛਣਾ। ਈਵਨ ਜੇ ਵੀਡੀਓ ਆਪਣੇ ਲੈਕਚਰ ਤੋਂ ਬਾਅਦ ਚ ਵੀ ਤੁਹਾਨੂੰ ਲੱਗਦਾ ਕਿ ਕੋਈ ਡਾਊਟ ਹੈਗਾ, ਸਟਿਲ ਯੂ ਕੈਨ ਆਸਕ ਮੀ, ਬੁੱਕ ਚੋਂ ਇੱਕ ਵਾਰੀ ਰੀਡ ਕਰਕੇ, ਰਾਈਟ। ਕੋਈ ਇਹ 'ਚ ਡਾਊਟ ਨਹੀਂ ਰਹਿਣਾ ਚਾਹੀਦਾ ਇਸ ਟੌਪਿਕ ਦੇ ਵਿੱਚ। ਸਟਾਰਟ ਕਰਦੇ ਹਾਂ ਹੁਣ ਆਪਾਂ। ਪਹਿਲਾਂ ਟਰਮ ਦਾ ਮੀਨਿੰਗ ਦੇਖਦੇ ਹਾਂ ਕਿ ਵਟ ਇਜ਼ ਦ ਮੀਨਿੰਗ ਆਫ ਪ੍ਰੋਜੈਕਟਾਈਲ ਮੋਸ਼ਨ, ਫਿਰ ਆਪਾਂ ਇਹਦੀ ਡੈਰੀਵੇਸ਼ਨ ਵਗੈਰਾ ਕਰਦੇ ਹਾਂ ਪੂਰਾ। ਠੀਕ, ਦੇਖੋ ਜਦੋਂ ਵੀ ਆਪਾਂ ਕੋਲ ਲੈਟਸ ਸਪੋਜ਼ ਕੋਈ ਆਬਜੈਕਟ ਹੈ, ਲੈਟਸ ਸਪੋਜ਼ ਮੇਰੇ ਕੋਲ ਇੱਕ ਸਟੋਨ ਹੈ ਜਾਂ ਮੇਰੇ ਕੋਲ ਕੋਈ ਬਾਲ ਹੈ, ਲੈਟਸ ਸਪੋਜ਼, ਠੀਕ ਹੈ, ਮੈਂ ਉਹਨੂੰ ਕੀ ਕੀਤਾ, ਕਿਸੇ ਵੀ ਪਾਰਟਿਕੂਲਰ ਡਾਇਰੈਕਸ਼ਨ ਦੇ ਵਿੱਚ ਥਰੂ ਕਰਤਾ। ਹੁਣ ਜਦੋਂ ਮੈਂ ਥਰੂ ਕਰੂੰਗਾ ਆਫ ਕੋਰਸ ਉਹਦੇ ਉੱਤੇ ਗ੍ਰੈਵਿਟੀ ਐਕਟ ਕਰੂਗੀ, ਹੈ ਨਾ। ਇਹ ਤਾਂ ਹੈ ਨਹੀਂ ਕਿ ਜਿਹੜੀ ਡਾਇਰੈਕਸ਼ਨ ਦੇ ਵਿੱਚ ਮੈਂ ਉਸ ਪਾਰਟਿਕੂਲਰ ਬਾਲ ਨੂੰ ਲੈਟਸ ਸਪੋਜ਼ ਥਰੂ ਕੀਤਾ, ਸਿਰਫ ਉਸੇ ਡਾਇਰੈਕਸ਼ਨ 'ਚ ਬੋਡੀ ਜਾਂਦੀ ਰਹੂਗੀ। ਦਿਸ ਇਜ਼ ਨਾਟ ਪੋਸੀਬਲ, ਰਾਈਟ। ਫੋਰ ਐਗਜ਼ਾਮਪਲ ਲੈਟਸ ਸਪੋਜ਼ ਦਿਸ ਇਜ਼ ਦਾ ਫਲੋਰ, ਇੱਥੇ ਕੋਈ ਪਰਸਨ ਖੜਾ ਹੈ ਇੱਥੇ, ਠੀਕ ਹੈ, ਇਹਦੇ ਹੱਥ 'ਚ ਸੀਗੀ ਇੱਕ ਬਾਲ, ਦਿਸ ਇਜ਼ ਦਾ ਬਾਲ। ਇਹਨੇ ਕੀ ਕੀਤਾ, ਇਸ ਬਾਲ ਨੂੰ ਇਸ ਪਾਰਟਿਕੂਲਰ ਡਾਇਰੈਕਸ਼ਨ 'ਚ ਥਰੂ ਕੀਤਾ, ਸਿੱਧਾ ਥੋੜੀ ਜਾਂਦੀ ਰਹੂਗੀ, ਸਿੰਪਲ ਜੀ ਗੱਲ ਹੈ, ਗ੍ਰੈਵਿਟੀ ਐਕਟ ਕਰ ਰਹੀ ਹੈ। ਸੋ ਓਵਰਆਲ ਇਸ ਬੋਡੀ ਦਾ ਮੋਸ਼ਨ ਕਿੱਦਾਂ ਦਾ ਹੋਊਗਾ, ਕੁਛ ਇਸ ਤਰੀਕੇ ਦਾ, ਹੈ ਨਾ। ਇਸੇ ਮੋਸ਼ਨ ਨੂੰ ਆਪਾਂ ਪ੍ਰੋਜੈਕਟਾਈਲ ਮੋਸ਼ਨ ਨਾਮ ਦਿੱਤਾ ਹੋਇਆ। ਬਾਈ ਦਾ ਵੇ, ਆ ਜਿਹੜਾ ਵਰਡ ਲਿਖਿਆ ਹੋਇਆ ਇੱਥੇ ਪ੍ਰੋਜੈਕਟ, ਇਹਦਾ ਮਤਲਬ ਇਹ ਹੁੰਦਾ ਥਰੂ ਕਰਨਾ, ਰਾਈਟ। ਫੋਰ ਐਗਜ਼ਾਮਪਲ ਆਪਾਂ ਕਹਿੰਦੇ ਆ ਸਟੋਨ ਇਜ਼ ਥਰੋਨ, ਐਦਾਂ ਵੀ ਆਪਾਂ ਕਹਿ ਸਕਦੇ ਹਾਂ ਸਟੋਨ ਇਜ਼ ਪ੍ਰੋਜੈਕਟਡ, ਠੀਕ ਹੈ। ਦੈਟਸ ਵਾਈ ਪ੍ਰੋਜੈਕਟ ਤੋਂ ਪ੍ਰੋਜੈਕਟਾਈਲ ਬਣਿਆ ਹੋਇਆ ਹੈ। ਇਹ ਚੀਜ਼ ਕਲੈਰਿਟੀ ਹੋਈ, ਠੀਕ ਹੈ। ਫੋਰ ਐਗਜ਼ਾਮਪਲ ਬਾਅਦ ਚੋਂ ਜਦੋਂ ਆਪਾਂ ਪੂਰੀ ਡੈਰੀਵੇਸ਼ਨ ਕਰ ਲਾਂਗੇ, ਲਾਸਟ 'ਚ ਆਪਾਂ ਨੂਮੈਰੀਕਲ ਸੋਲਵ ਕਰਨੇ ਨੇ, ਉਹ 'ਚ ਵੀ ਇਹੀ ਕੀ ਗਿਵਨ ਹੋਊਗਾ ਤੁਹਾਨੂੰ। ਲੈਟਸ ਸਪੋਜ਼ ਅ ਬਾਲ ਇਜ਼ ਪ੍ਰੋਜੈਕਟਡ ਐਟ ਸਮ ਐਂਗਲ ਵਿਦ ਰਿਸਪੈਕਟ ਟੂ ਦਾ ਹੋਰੀਜ਼ੋਨਟਲ, ਕੁਝ ਵੀ ਇਦਾਂ। ਸੋ ਪ੍ਰੋਜੈਕਟਡ ਦਾ ਲਿਟਰਲੀ ਮਤਲਬ ਇਹ ਹੈ ਕਿ ਆਪਾਂ ਉਹਨੂੰ ਸੁੱਟਿਆ, ਠੀਕ ਹੈ, ਐਂਡ ਸਿਰਫ ਉਹਦੇ ਉੱਤੇ ਗ੍ਰੈਵਿਟੀ ਐਕਟ ਕਰ ਰਹੀ ਹੈ। ਸੋ ਓਵਰਆਲ ਉਹਦਾ ਜਿੱਦਾਂ ਦਾ ਵੀ ਮੋਸ਼ਨ ਹੋਊਗਾ, ਉਹਨੂੰ ਆਪਾਂ ਇੱਥੇ ਕੀ ਕਰਨਾ, ਸਟੱਡੀ ਕਰਨਾ। ਅੱਛਾ, ਸਿੰਪਲ ਜਿਹਾ ਕੁਐਸਚਨ ਪੁੱਛਣ ਲੱਗਿਆ, ਆ ਹੁਣ ਜਿਹੜੀ ਬਾਲ ਹੈ, ਲੈਟਸ ਸਪੋਜ਼ ਆ ਜਿਹੜਾ ਇਹਦਾ ਮੋਸ਼ਨ ਆਪਾਂ ਦੇਖਿਆ ਇੱਥੇ, ਆ ਇਹਦੀ ਟ੍ਰੈਜੈਕਟਰੀ ਹੈ ਨਾ ਐਕਚੁਅਲ, ਇਹ ਕਿੱਦਾਂ ਦਾ ਮੋਸ਼ਨ ਹੈ, 1 ਡਾਇਮੈਂਸ਼ਨਲ ਮੋਸ਼ਨ ਹੈਗਾ ਜਾਂ 2 ਡਾਇਮੈਂਸ਼ਨਲ ਮੋਸ਼ਨ ਹੈ? ਵੈਰੀ ਸਿੰਪਲ ਕੁਐਸਚਨ, ਆਨਸਰ ਕਰਿਓ। ਅਨਮਿਊਟ ਹੋਕੇ ਕੋਈ ਵੀ ਜਣਾ ਦੱਸੋ, ਇਜ਼ ਇਟ 1 ਡਾਇਮੈਂਸ਼ਨਲ ਮੋਸ਼ਨ ਜਾਂ 2 ਡਾਇਮੈਂਸ਼ਨਲ ਮੋਸ਼ਨ? ਕੋਈ ਵੀ ਸਟੂਡੈਂਟ ਜਿਹਨੂੰ ਵੀ ਆਨਸਰ ਪਤਾ ਦੱਸ ਸਕਦਾ, ਇਜ਼ ਇਟ 1 ਡਾਇਮੈਂਸ਼ਨਲ ਮੋਸ਼ਨ ਜਾਂ 2 ਡਾਇਮੈਂਸ਼ਨਲ ਮੋਸ਼ਨ? ਕਾਫੀ ਈਜ਼ੀ ਜਿਹਾ ਕੁਐਸਚਨ ਪੁੱਛਿਆ ਹੈ ਤਾਂ। ਦਵਿੰਦਰ ਕੌਰ ਦੱਸੋ ਜੀ। ਸਰ 2 ਡਾਇਮੈਂਸ਼ਨਲ। ਕਿੱਦਾਂ ਜੀ, ਕਿਉਂ ਕਹਿ ਰਹੇ ਆਪਾਂ ਇਹਨੂੰ 2 ਡਾਇਮੈਂਸ਼ਨਲ? ਸਰ ਬਿਕੋਜ਼ ਇਹ ਉੱਪਰ ਜਾ ਕੇ ਸਰ ਫੇਰ ਨੀਚੇ ਨੂੰ ਆ ਰਿਹਾ ਹੈ। ਐਗਜ਼ੈਕਟਲੀ। ਫੋਰ ਐਗਜ਼ਾਮਪਲ ਜੇ ਇਹਦੇ ਮੋਸ਼ਨ ਨੂੰ ਮੈਂ ਡਿਸਕ੍ਰਾਈਬ ਕਰਨਾ ਹੋਊਗਾ ਤਾਂ ਆਪਾਂ ਦੋ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਇੱਕ ਤਾਂ ਜਿਹੜਾ ਇਹਦਾ ਮੋਸ਼ਨ ਹੈਗਾ ਬਾਲ ਦਾ, ਉਹ ਅੱਗੇ ਨੂੰ ਵੀ ਹੈ ਨਾ, ਬਿਕੋਜ਼ ਇੱਥੋਂ ਛੱਡੀ ਸੀਗੀ ਬਾਲ, ਇੱਥੇ ਪਹੁੰਚ ਗਈ। ਸੋ ਓਵਰਆਲ ਉਹਨੇ ਇਸ ਪਾਰਟਿਕੂਲਰ ਡਾਇਰੈਕਸ਼ਨ 'ਚ ਵੀ ਮੋਸ਼ਨ ਕੀਤਾ, ਐਂਡ ਆਫ ਕੋਰਸ ਵਰਟੀਕਲ ਡਾਇਰੈਕਸ਼ਨ 'ਚ ਵੀ ਉਹਦਾ ਮੋਸ਼ਨ ਹੋ ਰਿਹਾ। ਕਿੰਨੀ ਹਾਈਟ ਦੇਖੋ ਇੱਥੇ ਉਹਨੇ ਅਚੀਵ ਕੀਤੀ ਸੀਗੀ, ਐਂਡ ਫਿਰ ਤੋਂ ਗਰਾਊਂਡ ਤੇ ਆ ਜਾਊਗੀ ਉਹ, ਹੈ ਨਾ। ਸੋ ਇਹਦਾ ਮੋਸ਼ਨ ਦੈਟ ਮੀਨਸ ਜਿਵੇਂ ਆਪਾਂ ਦੋ ਐਕਸਿਸ ਲੈ ਲੈਂਦੇ ਹੁੰਦੇ ਹਾਂ, ਲੈਟਸ ਸਪੋਜ਼ ਇੱਕ ਐਕਸ ਐਕਸਿਸ ਹੋਗੀ, ਇੱਕ ਵਾਈ ਐਕਸਿਸ ਹੋਗੀ। ਸੋ ਇਹਦੇ ਮੋਸ਼ਨ ਨੂੰ ਡਿਸਕ੍ਰਾਈਬ ਕਰਨ ਦੇ ਲਈ ਆਪਾਂ ਨੂੰ ਦੋ ਐਕਸਿਸ ਦੀ ਲੋੜ ਹੈ, ਇੱਕ ਹੌਰੀਜ਼ੌਨਟਲ ਮੋਸ਼ਨ ਦੇ ਲਈ, ਇੱਕ ਵਰਟੀਕਲ ਮੋਸ਼ਨ ਦੇ ਲਈ। ਦੈਟਸ ਵਾਈ ਆਫ ਕੋਰਸ ਇਹਦਾ ਮੋਸ਼ਨ ਕੀ ਕਹਿਲਾਊਗਾ, 2 ਡਾਇਮੈਂਸ਼ਨਲ। ਵੈਰੀ ਈਜ਼ੀ, ਰਾਈਟ। ਓਕੇ, ਹੁਣ ਜਦੋਂ ਵੀ ਕਿਸੇ ਬੋਡੀ ਦਾ ਦੇਖੋ ਜਿਹੜਾ ਮੋਸ਼ਨ ਹੈ ਉਹ 1 ਡਾਇਮੈਂਸ਼ਨਲ ਹੁੰਦਾ, ਤਾਂ ਉਹਨੂੰ ਡੀਲ ਕਰਨਾ ਜਾਂ ਉਹਨੂੰ ਸਟੱਡੀ ਕਰਨਾ ਸਭ ਤੋਂ ਸੌਖਾ। ਉਹ ਆਲਰੇਡੀ ਆਪਾਂ ਕਰ ਚੁੱਕੇ ਹਾਂ, ਜਿਹੜਾ 3rd ਚੈਪਟਰ ਸੀਗਾ ਆਪਣਾ, ਨੋਟਸ ਤੁਸੀਂ ਬਣਾ ਚੁੱਕੇ ਹੋ, ਆਈ ਹੋਪ ਸਾਰੇ ਜਣੇ। ਜਿਨ੍ਹਾਂ ਦੇ ਨਹੀਂ ਬਣੇ ਪਲੀਜ਼ ਜਲਦੀ ਤੋਂ ਜਲਦੀ ਕਵਰ ਅਪ ਕਰ ਲਓ। ਉਹਦੇ ਵਿੱਚ ਆਪਾਂ ਆਲਰੇਡੀ ਕਰ ਚੁੱਕੇ ਹਾਂ। ਲੈਟਸ ਸਪੋਜ਼ ਇੱਕ origin ਹੈਗਾ, ਇੱਕ ਐਕਸਿਸ ਨੂੰ ਆਪਾਂ ਪੋਜ਼ਿਟਿਵ ਮੰਨ ਲਿਆ ਸੀਗਾ, ਇੱਕ ਐਕਸਿਸ ਨੂੰ ਆਪਾਂ ਨੈਗੇਟਿਵ ਮੰਨ ਕੇ ਚੱਲਦੇ ਹਾਂ, ਐਂਡ ਬਹੁਤ ਈਜ਼ੀ ਹੈ ਬੋਡੀ ਦੇ ਮੋਸ਼ਨ ਨੂੰ ਐਨਾਲਾਈਜ਼ ਕਰਨਾ ਇੱਥੇ। ਲੇਕਿਨ ਜਦੋਂ ਵੀ ਆਪਾਂ ਕੋਲ 2 ਡਾਇਮੈਂਸ਼ਨਸ ਦੇ ਵਿੱਚ ਬੋਡੀ ਦਾ ਮੋਸ਼ਨ ਹੋ ਰਿਹਾ ਹੁੰਦਾ, ਥੋੜੀਆਂ ਜਿਹੀਆਂ ਚੀਜ਼ਾਂ ਕੰਪਲੈਕਸ ਹੋ ਜਾਂਦੀਆਂ ਨੇ ਆਪਾਂ ਕੋਲ, ਥੋੜਾ ਜਿਹਾ, ਬਹੁਤ ਜ਼ਿਆਦਾ ਵੀ ਨਹੀਂ, ਰਾਈਟ। ਲੇਕਿਨ ਐਜ਼ ਕੰਪੇਅਰ ਟੂ 1 ਡਾਇਮੈਂਸ਼ਨਲ, 2 ਡਾਇਮੈਂਸ਼ਨਲ ਥੋੜਾ ਜਿਹਾ ਕੰਪਲੈਕਸ ਪੈਂਦਾ। ਕਿੱਦਾਂ? ਜਦੋਂ ਹੁਣ ਬੋਡੀ ਦਾ ਮੋਸ਼ਨ ਕਿਸੇ ਵੀ ਦੋ ਐਕਸਿਸ ਦੇ ਵਿੱਚ ਹੋ ਰਿਹਾ, ਲੈਟਸ ਸਪੋਜ਼ ਇਹ ਐਕਸ ਐਕਸਿਸ ਹੈ, ਇਹ ਵਾਈ ਐਕਸਿਸ ਹੈ, ਦੈਨ ਆਪਾਂ ਨੂੰ ਉਹਦੇ ਮੋਸ਼ਨ ਨੂੰ ਬ੍ਰੇਕ ਡਾਊਨ ਕਰਕੇ ਅੰਡਰਸਟੈਂਡ ਕਰਨਾ ਪੈਂਦਾ ਹੈ। ਜਿਹੜੇ ਮੈਂ ਇਹ ਤੋਂ ਪਹਿਲਾਂ 2 ਜਾਂ 3 ਲੈਕਚਰਸ ਬਣਾਏ ਨੇ, ਉਹ 'ਚ ਮੈਂ ਐਕਸਪਲੇਨ ਕੀਤਾ ਹੋਇਆ, ਇਹ ਮੈਂ ਆਲਰੇਡੀ ਐਕਸਪਲੇਨ ਕਰਤਾ ਸੀਗਾ ਕਿ ਜਿਹੜੀਆਂ ਅਲੱਗ-ਅਲੱਗ ਆਪਾਂ ਕੋਲ ਵੈਕਟਰ ਕੁਆਂਟੀਟੀਜ਼ ਨੇ, ਜਿਵੇਂ ਕਿ ਡਿਸਪਲੇਸਮੈਂਟ ਹੋਗੀ, ਜਿਵੇਂ ਕਿ ਵੈਲੋਸਿਟੀ ਹੋਗੀ, ਐਂਡ ਜਿਵੇਂ ਕਿ ਐਸਲਰੇਸ਼ਨ ਹੋਗੀ, ਰਾਈਟ। ਜੇ ਬੋਡੀ ਦਾ ਮੋਸ਼ਨ 2 ਡਾਇਮੈਂਸ਼ਨਲ ਵੀ ਹੈਗਾ ਨਾ, ਤਾਂ ਵੀ ਇਹਨਾਂ ਤਿੰਨਾਂ ਕੁਆਂਟੀਟੀਜ਼ ਨੂੰ ਆਪਾਂ ਕੀ ਕਰ ਸਕਦੇ ਹਾਂ, ਇੱਕ ਪਾਰਟਿਕੂਲਰ ਕੰਪੋਨੈਂਟ ਦੇ ਤੌਰ ਤੇ ਅੰਡਰਸਟੈਂਡ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਕੋਲ ਇਕੁਏਸ਼ਨ ਆਫ ਮੋਸ਼ਨਸ ਹੁੰਦੀਆਂ ਨੇ, s = ut plus half at square, s = ut plus half at square। ਇਹੀ ਇਕੁਏਸ਼ਨ ਮੈਂ ਇਹਦੇ ਲਈ ਵੀ ਯੂਜ਼ ਕਰ ਸਕਦਾ, ਇਹ ਵਾਲੀ ਐਕਸਿਸ ਦੇ ਲਈ ਵੀ ਯੂਜ਼ ਕਰ ਸਕਦਾ। ਡਿਫਰੈਂਸ ਕੀ ਹੋਊਗਾ, ਜੇ ਮੈਂ ਆਹ ਵਾਲੇ ਮੋਸ਼ਨ ਦੇ ਉੱਤੇ ਅਪਲਾਈ ਕਰ ਰਿਹਾ ਇਕੁਏਸ਼ਨ ਆਫ ਮੋਸ਼ਨ, ਮਤਲਬ ਹੌਰੀਜ਼ੌਨਟਲ ਮੋਸ਼ਨ ਨੂੰ ਜੇ ਮੈਂ ਸਟੱਡੀ ਕਰ ਰਿਹਾ,
ਤਾਂ ਮੈਂ ਇੱਥੇ ਕੀ ਲਵਾਂਗਾ, ਡਿਸਟੈਂਸ ਕਿਹੜਾ, ਆਹ ਡਿਸਟੈਂਸ ਕਿੰਨਾ ਸੀਗਾ, ਮਤਲਬ ਫੋਰ ਐਗਜ਼ਾਮਪਲ ਦੇਖੋ ਇੱਥੋਂ ਮਤਲਬ ਬੋਡੀ ਨੇ ਚੱਲਣਾ ਸ਼ੁਰੂ ਕੀਤਾ, ਬॉल ਹੈ ਉਹਨੂੰ ਸੁੱਟੀ, ਆਹ ਡਿਸਟੈਂਸ ਉਹਨੇ ਕਿੰਨਾ ਟਰੈਵਲ ਕੀਤਾ, ਉਹ ਹੋ ਗਿਆ ਡਿਸਟੈਂਸ ਅਲੋਂਗ ਦ ਐਕਸ ਐਕਸਿਸ, ਰਾਈਟ। ਸਿਮਿਲਰਲੀ ਇਨੀਸ਼ੀਅਲ ਵੈਲੋਸਿਟੀ ਉਹਦੀ ਐਕਸ ਐਕਸਿਸ ਦੇ ਵਿੱਚ ਕਿੰਨੀ ਸੀਗੀ, ਟਾਈਮ ਉਹਨੇ ਐਕਸ ਐਕਸਿਸ ਦੇ ਵਿੱਚ ਕਿੰਨਾ ਲਿੱਤਾ, ਐਸਲਰੇਸ਼ਨ ਉਹਦੀ ਐਕਸ ਐਕਸਿਸ 'ਚ ਕਿੰਨੀ ਹੈ, ਹਰ ਕਿਤੇ ਬੇਸਿਕਲੀ ਆਪਾਂ ਨੋਟੇਸ਼ਨ ਕੀ ਪਾਵਾਂਗੇ, ਦੈਟ ਇਜ਼ ਐਕਸ, ਠੀਕ ਹੈ। ਸਿਮਿਲਰਲੀ ਜੇ ਇਸੇ ਇਕੁਏਸ਼ਨ ਨੂੰ ਮੈਂ ਉਹਦੇ वर्टिकल कंपोनेंट ਦੇ ਉੱਤੇ ਅਪਲਾਈ ਕਰਨਾ ਹੈ, ਮੈਂ ਉਹ ਵੀ ਕਰ ਸਕਦਾ। ਮੈਨੂੰ ਕੀ ਕਰਨਾ ਪਊਗਾ, ਸਾਰੀਆਂ ਕੁਆਂਟੀਟੀਆਂ ਕਿਹੜੀਆਂ ਲੈਣੀਆਂ ਪਊਗੀਆਂ, ਵਾਈ ਐਕਸਿਸ ਵਾਲੀਆਂ। ਆਲਰੇਡੀ ਆਈ ਹੈਵ ਐਕਸਪਲੇਨਡ ਦਿਸ, ਠੀਕ ਹੈ। ਸੋ ਕਨਕਲੂਜਨ ਬੇਸਿਕਲੀ ਆਹ ਹੈ, ਜਦੋਂ ਵੀ ਆਪਾਂ ਇਕੁਏਸ਼ਨ ਆਫ ਮੋਸ਼ਨ ਅਪਲਾਈ ਕਰਨੀ ਹੈ, ਇੱਕ ਟਾਈਮ ਤੇ ਸਿਰਫ ਐਂਡ ਸਿਰਫ ਇੱਕ ਐਕਸਿਸ ਦੇ ਉੱਤੇ ਅਪਲਾਈ ਕਰਨੀ ਹੈ। ਇੱਕ ਟਾਈਮ ਤੇ ਤੁਸੀਂ ਇਕੱਠੇ ਦੋ ਅਲੱਗ-ਅਲੱਗ ਐਕਸਿਸ ਦੇ ਉੱਤੇ ਨਹੀਂ ਅਪਲਾਈ ਕਰ ਸਕਦੇ, ਆਫ ਕੋਰਸ, ਸਿੰਪਲ ਜੀ ਗੱਲ ਹੈ, ਠੀਕ ਹੈ ਨਾ। ਹੁਣ ਦੇਖੋ ਇਹ ਪਾਰਟ ਮੈਂ ਰੀਜ਼ ਕਰਦਾ ਜਰਾ। ਹੁਣ ਜਿਵੇਂ ਮੈਂ ਆਲਰੇਡੀ ਕਿਹਾ ਕਿ ਪ੍ਰੋਜੈਕਟਾਈਲ ਮੋਸ਼ਨ ਦੇ ਵਿੱਚ 2 ਡਾਈਮੈਂਸ਼ਨਲ ਮੋਸ਼ਨ ਹੋ ਰਿਹਾ, ਸੋ ਵਰਟੀਕਲ ਵੀ ਹੋ ਰਿਹਾ, ਹੌਰੀਜ਼ੌਂਟਲ ਵੀ ਹੋ ਰਿਹਾ। ਜਰਾ ਇਹਨੂੰ ਵਿਜ਼ੂਅਲਾਈਜ਼ ਕਰਕੇ ਚੱਲੀਏ ਹੁਣ ਜਰਾ। ਬॉल ਅਗੇਨ ਆਪਾਂ ਸੁੱਟੀ, ਜਾਂ ਫਿਰ ਜ਼ਰੂਰੀ ਵੀ ਨਹੀਂ, ਅੱਛਾ ਦੇਖੋ ਨੀਚੋਂ ਹੀ ਐ ਸੁੱਟੀ ਹੋਵੇ, ਪ੍ਰੋਜੈਕਟਾਈਲ ਮੋਸ਼ਨ ਕਿਸੇ ਵੀ ਤਰੀਕੇ ਨਾਲ ਹੋ ਸਕਦਾ। ਕਈ ਵਾਰੀ ਤੁਹਾਨੂੰ ਐਵੇਂ ਗਿਵਨ ਹੋ ਸਕਦਾ ਕਿ ਲੈਟਸ ਸਪੋਜ਼ ਆ ਫਲੋਰ ਹੈ, ਇੱਥੇ ਆ ਬਿਲਡਿੰਗ ਹੈ, ਬਿਲਡਿੰਗ ਦੇ ਉੱਤੇ ਕੋਈ ਪਰਸਨ ਖੜਾ, ਇੱਥੋਂ ਇਹਨੇ ਇੱਕ ਬॉल ਨੂੰ ਕੀ ਕੀਤਾ, ਇਸ ਪਾਰਟਿਕੂਲਰ ਡਾਇਰੈਕਸ਼ਨ 'ਚ ਹੌਰੀਜ਼ੌਂਟਲ ਡਾਇਰੈਕਸ਼ਨ 'ਚ ਸੁੱਟਤਾ। ਹੁਣ ਅਗੇਨ ਇਹ ਤਾਂ ਹੈ ਨਹੀਂਗਾ ਕਿ ਬॉल ਸਿੱਧਾ ਸਿੱਧਾ ਹੌਰੀਜ਼ੌਂਟਲੀ ਹੀ ਜਾਂਦੀ ਜਾਊਗੀ, ਅਗੇਨ ਇਹਦੇ ਉੱਤੇ ਗ੍ਰੈਵਿਟੀ ਐਕਟ ਕਰੂਗੀ ਐਂਡ ਕੁਛ ਨਾ ਕੁਛ ਇਹਦਾ ਇਦਾਂ ਦਾ ਮੋਸ਼ਨ ਹੋਊਗਾ, ਇਹ ਵੀ ਪ੍ਰੋਜੈਕਟਾਈਲ ਮੋਸ਼ਨ ਹੀ ਹੈ, ਠੀਕ ਹੈ। ਬਸ ਬॉल ਨੂੰ ਆਪਾਂ ਕਿਸੇ ਵੀ ਤਰ੍ਹਾਂ ਸੁੱਟਣਾ ਐਂਡ ਗ੍ਰੈਵਿਟੀ ਨੇ ਇਹਨੂੰ ਖਿੱਚਣਾ, ਦੈਟ ਇਜ਼ ਪ੍ਰੋਜੈਕਟਾਈਲ ਮੋਸ਼ਨ। ਚਾਹੇ ਉਹ ਇਦਾਂ ਹੋ ਜਾਏ, ਚਾਹੇ ਜ਼ਮੀਨ ਤੋਂ ਇਸ ਤਰੀਕੇ ਨਾਲ ਹੋ ਜਾਏ, ਠੀਕ ਹੈ। ਹੁਣ ਦੋ ਚੀਜ਼ਾਂ ਆਪਾਂ ਇੱਥੇ ਲਿਖਣ ਲੱਗੇ ਹਾਂ, ਪਹਿਲਾ ਬॉडी ਦਾ ਵਰਟੀਕਲ ਮੋਸ਼ਨ ਐਂਡ ਸੈਕੰਡ ਵਨ ਇਜ਼ ਹੌਰੀਜ਼ੌਂਟਲ ਮੋਸ਼ਨ। ਓਨਲੀ 3 ਸਟੂਡੈਂਟਸ ਇਦਾਂ ਦੇ ਹੈਗੇ ਨੇ ਜਿਨ੍ਹਾਂ ਨੇ ਕੈਮਰਾਜ਼ ਔਨ ਰੱਖਿਆ ਹੋਇਆ, ਬਾਕੀ ਸਾਰਿਆਂ ਦੇ ਕੈਮਰੇ ਕਾਹਤੋਂ ਆਫ ਨੇ, ਮੈਨੂੰ ਪਤਾ ਨਹੀਂ ਲੱਗ ਰਿਹਾ ਹੁੰਦਾ ਕਿਹੜਾ ਐਕਚੁਅਲ 'ਚ ਅਟੈਂਡ ਵੀ ਕਰ ਰਿਹਾ, ਕਿਹੜਾ ਲਾ ਕੇ ਫੋਨ ਸੁੱਤਾ ਪਿਆ। ਮੈਂ ਤਾਂ ਕਹਿੰਦਾ ਹੁੰਦਾ ਕੈਮਰੇ ਔਨ ਰੱਖਿਆ ਕਰੋ, ਠੀਕ ਹੈ। ਪਲੀਜ਼ ਸਾਰੇ ਜਣੇ ਕੈਮਰੇ ਆਪਣੇ ਔਨ ਰੱਖੋ, ਹੋਰ ਕੋਈ ਰੀਜ਼ਨ ਨਹੀਂ ਹੈਗਾ। ਐਟਲੀਸਟ ਮੈਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਅਟੈਂਟਿਵਲੀ ਸੁਣ ਰਹੇ ਹੋ, ਬਾਕੀ ਸਟੂਡੈਂਟਸ ਵੀ ਸਾਰੇ। ਰਾਈਟ, ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬॉडी ਦੇ ਵਰਟੀਕਲ ਮੋਸ਼ਨ ਦੀ, ਰਾਈਟ। ਹੁਣ ਦੇਖੋ ਜਦੋਂ ਇਸ ਬॉल ਨੇ ਨੀਚੇ ਵੱਲ ਨੂੰ ਆਣਾ ਹੈ, ਉਹਦੀ ਗ੍ਰੈਵਿਟੀ ਕਿੰਨੀ ਹੋਊਗੀ, ਤੁਹਾਡੇ 'ਚ ਕੋਈ ਵੀ ਬੰਦਾ, ਕੋਈ ਵੀ ਜਣਾ ਮੈਨੂੰ ਇਸ ਚੀਜ਼ ਦਾ ਆਨਸਰ ਕਰੋ। ਆ ਜਦੋਂ ਬॉल ਗਿਰ ਰਹੀ ਹੈ, ਜਦੋਂ ਬॉडी ਦੇ ਮੈਂ ਵਰਟੀਕਲ ਮੋਸ਼ਨ ਦੀ ਗੱਲ ਕਰ ਰਿਹਾ ਤਾਂ ਬॉडी ਦੀ ਐਸਲਰੇਸ਼ਨ ਕਿੰਨੀ ਹੈ ਅਲੋਂਗ ਦਾ ਵਾਈ ਐਕਸਿਸ, ਅਨਮਿਊਟ ਹੋ ਕੇ ਦੱਸੋ ਜਿਹਨੂੰ ਵੀ ਪਤਾ, ਵੈਰੀ ਈਜ਼ੀ ਕੁਐਸਚਨ। What is the acceleration of the body in the y-axis? हाँ जी सर 9.8 मीटर पर सेकंड, बिल्कुल है ना, दैट इज ਸਿੰਪਲੀ ਆਪਾਂ ਸਮਾਲ ਜੀ ਲਿਖ ਦਿੰਨੇ ਆ, ਜਿਹਦੀ ਵੈਲਿਊ ਹੁੰਦੀ ਹੈ 9.8 ਮੀਟਰਸ ਪਰ ਸੈਕਿੰਡ ਸਕੁਅਰ। ਇਹ ਤਾਂ ਮੰਨਦੇ ਆ ਸਾਰੇ। ਜੇ ਮੈਂ ਹੌਰੀਜ਼ੌਂਟਲ ਐਕਸਿਸ ਦੀ ਗੱਲ ਕਰਾਂ, ਇੱਥੇ ਐਸਲਰੇਸ਼ਨ ਅਲੋਂਗ ਦ ਐਕਸ ਐਕਸਿਸ, ਹੋਰ ਕੋਈ ਸਟੂਡੈਂਟ ਕੌਣ ਦੱਸੂਗਾ ਉਸ ਬੋਲ ਦੀ ਐਕਸ ਐਕਸਿਸ ਦੇ ਵਿੱਚ ਕਿੰਨੀ ਐਸਲਰੇਸ਼ਨ ਹੋਊਗੀ, ਕੀ ਕਹਿ ਸਕਦੇ ਆਪਾਂ? what is the acceleration of the ball in the x axis? ਇੱਥੇ ਬੇਸਿਕਲੀ ਮੈਂ ਆਹ ਵਾਲੀ ਐਕਸਿਸ ਨੂੰ ਜਿਵੇਂ x ਮੰਨਿਆ ਹੋਇਆ, ਆਹ ਵਾਲੀ ਐਕਸਿਸ ਨੂੰ ਮੈਂ y ਮੰਨਿਆ ਹੋਇਆ ਇਦਾਂ, ਠੀਕ ਹੈ। along the x axis body ਦੀ ਕਿੰਨੀ ਐਸਲਰੇਸ਼ਨ ਹੈ, ਕੌਣ ਦੱਸੇਗਾ ਜੀ? ਐਨੀ ਆਈਡੀਆ? ਅੱਛਾ ਬॉडी ਐਸਲਰੇਟ ਕਦੋਂ ਕਰਦੀ ਹੈ ਇਹ ਦੱਸੋ, ਇਹ ਤਾਂ ਸਿੰਪਲ ਕੁਐਸਚਨ ਹੈ ਨਾ। ਬॉडी ਕੋਈ ਵੀ ਐਸਲਰੇਟ ਕਦੋਂ ਕਰਦੀ ਹੈ, ਜਦੋਂ ਉਹਦੇ ਉੱਤੇ ਕੋਈ ਨਾਲ ਨਾਲ ਰਿਸਪੌਂਡ ਕਰੀ ਚਲੋ ਜੋ ਮੈਂ ਪੁੱਛ ਰਿਹਾ। ਬॉडी ਕੋਈ ਵੀ ਐਸਲਰੇਟ ਕਦੋਂ ਕਰਦੀ ਆ? सर जब ਉਹਦੇ ਉੱਪਰ ਕੋਈ ਫੋਰਸ ਲੱਗਦੀ ਹੈ, ਜਦੋਂ ਤੇ ਉੱਤੇ ਕੋਈ ਫੋਰਸ ਲੱਗ ਰਹੀ ਹੋਵੇ। F = m × a ਸਾਰਿਆਂ ਨੇ ਪੜਿਆ ਹੋਇਆ ਨਾ, ਦਿਸ ਇਜ਼ ਨਿਊਟਨ ਸੈਕੰਡ ਲਾਅ, ਰਾਈਟ। ਇਹ ਲਿਟਰਲੀ ਆਪਾਂ ਨੂੰ ਹੀ ਦੱਸ ਰਿਹਾ ਕਿ ਜਦੋਂ ਬॉडी ਦੇ ਉੱਤੇ ਫੋਰਸ ਲੱਗੂਗੀ ਸਿਰਫ ਉਦੋਂ ਹੀ ਬॉडी ਐਸਲਰੇਟ ਕਰੂਗੀ। ਜੇ ਬॉडी ਉੱਤੇ ਫੋਰਸ ਨਹੀਂ ਲੱਗ ਰਹੀ ਹੈਗੀ ਤਾਂ ਬॉडी ਨੇ ਐਸਲਰੇਟ ਨਹੀਂ ਕਰਨਾ ਹੈਗਾ। ਇਜ਼ ਇਟ? ਮੰਨਦੇ ਆ ਇਸ ਗੱਲ ਨੂੰ ਆਪਾਂ, ਹੈ ਨਾ। ਫੋਰ ਐਗਜ਼ਾਮਪਲ ਜੇ ਫੋਰਸ 0 ਕਰਦਾ ਤਾਂ ਐਸਲਰੇਸ਼ਨ 0 ਹੋ ਜੂਗੀ, ਐਸਲਰੇਸ਼ਨ 0 ਕਰਦਾ ਤਾਂ ਫੋਰਸ 0 ਹੋ ਜੂਗੀ, ਠੀਕ ਹੈ। ਓਨਲੀ ਜਦੋਂ ਫੋਰਸ ਲੱਗ ਰਹੀ ਹੈ ਬॉडी ਨੇ ਸਿਰਫ ਉਦੋਂ ਹੀ ਐਸਲਰੇਟ ਕਰਨਾ ਹੈ। ਨਿਊਟਨ ਦਾ ਦੂਜਾ ਲਾਅ ਜਿਹੜਾ ਹੈਗਾ ਇਹੀ ਕਹਿੰਦਾ ਆਪਾਂ ਨੂੰ। ਹੌਰੀਜ਼ੌਂਟਲ ਐਕਸਿਸ 'ਚ ਬॉडी ਦੇ ਉੱਤੇ ਕੋਈ ਫੋਰਸ ਲੱਗ ਰਹੀ ਹੈ? ਵਰਟੀਕਲ ਤੇ ਤਾਂ ਲੱਗ ਰਹੀ ਸੀਗੀ, ਗ੍ਰੈਵਿਟੀ ਹੈ, ਗ੍ਰੈਵਿਟੀ ਉਹਨੂੰ ਨੀਚੇ ਨੂੰ ਖਿੱਚ ਰਹੀ ਹੈ। ਵਟ ਅਬਾਊਟ ਦਾ ਹੌਰੀਜ਼ੌਂਟਲ? ਹੌਰੀਜ਼ੌਂਟਲ ਡਾਇਰੈਕਸ਼ਨ 'ਚ ਦੱਸੋ ਬॉडी ਦੇ ਉੱਤੇ ਕੋਈ ਫੋਰਸ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ ਹੈਗੀ?
ਸਿੰਪਲ ਇਸ ਡਾਇਗਰਾਮ ਨੂੰ ਵਿਜ਼ੂਅਲਾਈਜ਼ ਕਰੋ ਐਂਡ ਹੌਰੀਜ਼ੌਂਟਲ ਐਕਸਿਸ 'ਚ ਕੋਈ ਬੋਡੀ ਕਿਸੇ ਵੀ ਤਰ੍ਹਾਂ ਦੀ ਚੀਜ਼ ਉਹਦੇ ਉੱਤੇ ਫੋਰਸ ਲਗਾ ਰਹੀ ਹੈ ਕੋਈ ਕਿਆ? ਜਦੋਂ ਬੋਡੀ ਨੀਚੇ ਨੂੰ ਗਿਰ ਰਹੀ ਹੈ ਉੱਥੇ ਤਾਂ ਆਪਾਂ ਨੂੰ ਪਤਾ ਲੱਗ ਰਿਹਾ ਕਿ ਵਰਟੀਕਲ ਡਾਇਰੈਕਸ਼ਨ 'ਚ ਲਗਾਤਾਰ ਫੋਰਸ ਉਹਨੂੰ ਖਿੱਚਦੀ ਜਾ ਰਹੀ ਹੈ। ਵਟ ਅਬਾਊਟ ਦ ਹੌਰੀਜ਼ੌਂਟਲ ਮੋਸ਼ਨ? ਹਾਂਜੀ, ਇਨ ਦ ਹੌਰੀਜ਼ੌਂਟਲ ਡਾਇਰੈਕਸ਼ਨ ਐਕਸ ਐਕਸਿਸ ਦੇ ਵਿੱਚ ਆਹ ਵਾਲੀ ਸਾਈਡ ਤੇ ਬੋਡੀ ਦੇ ਉੱਤੇ ਕੋਈ ਫੋਰਸ ਲੱਗ ਰਹੀ ਹੈ ਬੋਲ ਦੇ ਉੱਤੇ ਜਾਂ ਨਹੀਂ ਲੱਗ ਰਹੀ? ਇਹ ਦੱਸੋ। ਇੱਕ ਚੀਜ਼ ਮੈਂ ਪਹਿਲਾਂ ਹੀ ਕਲੀਅਰ ਕਰਦਾ ਪਲੀਜ਼ ਸਾਰਿਆਂ ਜਣਿਆਂ ਨੂੰ, ਜਦੋਂ ਵੀ ਮੈਂ ਕੋਈ ਕੁਐਸਚਨ ਪੁੱਛ ਰਿਹਾ ਨਾ ਪਲੀਜ਼ ਮੈਨੂੰ ਰਿਸਪੌਂਡ ਕਰੋ। ਗਲਤ ਆਨਸਰ ਦੋਗੇ ਕੋਈ ਚੱਕਰ ਨਹੀਂ ਹੈਗਾ, ਮੈਂ ਕੁਝ ਨਹੀਂ ਕਹੂੰਗਾ, ਬਸ ਐਦਾਂ ਚੁੱਪ ਕਰਕੇ ਨਹੀਂ ਬਹਿਣਾ ਹੈਗਾ, ਅਦਰਵਾਈਜ਼ ਕੋਈ ਉਹ ਵਨ ਵੇ ਕਮਿਊਨੀਕੇਸ਼ਨ ਹੋ ਜਾਂਦੀ ਹੈ। ਮੈਨੂੰ ਇਹ ਨਹੀਂ ਪਤਾ ਲੱਗਣਾ ਤੁਹਾਨੂੰ ਕਿਹੜੀ ਚੀਜ਼ ਨਹੀਂ ਸਮਝ ਲੱਗ ਰਹੀ ਹੈਗੀ, ਚਾਹੇ ਤੁਸੀਂ ਜਿੰਨੇ ਮਰਜ਼ੀ ਆਨਸਰਸ ਗਲਤ ਦਿਓ, ਕੋਈ ਚੱਕਰ ਨਹੀਂ ਹੈਗਾ। ਮੈਨੂੰ ਪਲੀਜ਼ ਰਿਸਪੌਂਡ ਕਰਨਾ ਹੈ ਤੁਸੀਂ ਮੇਰੇ ਲੈਕਚਰ ਦੇ ਵਿੱਚ, ਠੀਕ ਹੈ? ਮੈਂ ਇਹ ਤਾਂ ਨਹੀਂ ਕਿਹਾ ਹੈਗਾ ਕਿ ਜੇ ਮੈਨੂੰ ਆਨਸਰ ਕਰਨਾ ਹੈ ਤੁਸੀਂ ਸਹੀ ਕਰਨਾ ਹੈ, ਗਲਤ ਆਨਸਰ ਨਹੀਂ ਕਰਨਾ ਹੈਗਾ। ਮੈਂ ਤਾਂ ਕਿਸੇ ਨੂੰ ਨਹੀਂ ਇੱਦਾਂ ਕਹਿੰਦਾ, ਕਦੇ ਵੀ ਨਹੀਂ ਕਹੂੰਗਾ। ਬਸ ਰਿਸਪੌਂਡ ਕਰਨਾ ਹੈ ਤੁਸੀਂ, ਜੋ ਵੀ ਤੁਹਾਨੂੰ ਲੱਗਦਾ, ਜਿੱਦਾਂ ਦਾ ਵੀ ਲੱਗਦਾ ਆਨਸਰ ਕਰੋ ਤੁਸੀਂ, ਕੋਈ ਟੈਨਸ਼ਨ ਨਹੀਂ ਹੈਗੀ ਆਪਾਂ ਨੂੰ, ਠੀਕ ਹੈ? ਲੇਕਿਨ ਇੱਦਾਂ ਚੁੱਪਚਾਪ ਬੈਠੇ ਰਹੋਗੇ ਕੋਈ ਫਾਇਦਾ ਨਹੀਂ ਹੈਗਾ ਫਿਰ। ਹੌਰੀਜ਼ੌਂਟਲ ਡਾਇਰੈਕਸ਼ਨ ਦੀ ਮੈਂ ਗੱਲ ਕਰ ਰਿਹਾ, ਦੱਸੋ ਬੋਡੀ ਉੱਤੇ ਕੋਈ ਫੋਰਸ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ? ਆਪਣੇ ਆਪਣੇ ਵਿਊਜ਼ ਦਿਓ ਨਾ, ਡਿਸਕਸ਼ਨ ਕਰਦੇ ਹਾਂ ਆਪਾਂ, ਕੀ ਲੱਗ ਰਿਹਾ? ਅਨਮਿਊਟ ਹੋ ਕੇ ਦੱਸੋ ਜਿਹਨੂੰ ਜੋ ਵੀ ਲੱਗ ਰਿਹਾ। ਵਟ ਅਬਾਊਟ ਦ ਹੌਰੀਜ਼ੌਂਟਲ ਮੋਸ਼ਨ? ਹਾਲੇ ਵੀ ਕੋਈ ਰਿਸਪੌਂਸ ਨਹੀਂ ਆਇਆ। ਸਰ ਹੌਰੀਜ਼ੌਂਟਲ ਵਿੱਚ ਮੈਨ ਫੋਰਸ ਲਾ ਰਿਹਾ ਹੈ, ਜਿੰਨੀ ਫੋਰਸ ਦੇ ਨਾਲ ਉਹਨੇ ਬਾਲ ਨੂੰ ਥਰੋ ਕੀਤਾ। ਲਗਾਤਾਰ ਲਗਾਈ ਜਾ ਰਿਹਾ ਹੈ ਜਾਂ ਨਹੀਂ ਲਗਾ ਰਿਹਾ? ਉਹ ਤਾਂ ਜਿਸ ਆਪਾਂ ਇਨੀਸ਼ੀਅਲ ਵੈਲੋਸਿਟੀ ਦਿੱਤੀ ਹੈ ਨਾ, देयर इज अ डिफरेंस ਕਿ ਇੱਕ ਫੋਰਸ ਉਹਦੇ ਉੱਤੇ ਲਗਾਤਾਰ ਲਗਾ ਕੇ ਉਹਨੂੰ ਐਸਲਰੇਟ ਕਰ ਰਹੀ ਹੈ, ਐਂਡ ਦੂਸਰੀ ਚੀਜ਼ ਆਪਾਂ ਕਹਿ ਰਹੇ ਕਿ ਬਸ ਆਪਾਂ ਉਹਨੂੰ ਸੁੱਟਿਆ, ਉਹ ਤਾਂ ਇਨੀਸ਼ੀਅਲ ਸੀਗਾ, ਆਪਾਂ ਇਨੀਸ਼ੀਅਲੀ ਉਹਨੂੰ ਵੈਲੋਸਿਟੀ ਦਿੱਤੀ ਹੈ, ਉਸ ਤੋਂ ਬਾਅਦ ਉਹਦੇ ਉੱਤੇ ਕੋਈ ਫੋਰਸ ਲੱਗ ਰਹੀ ਹੈ ਕਿਆ ਇਨ ਦਾ ਹੌਰੀਜ਼ੌਂਟਲ ਐਕਸਿਸ? ਇਹ ਦੱਸੋ। ਨੋ ਸਰ। ਆਪਾਂ ਨੂੰ ਰੱਸੀ ਨਾਲ ਬੰਨਿਆ ਹੋਇਆ ਜਿਹੜਾ ਬੋਲ ਨੂੰ ਆਪਾਂ ਖਿੱਚ ਰਹੇ ਹਾਂ, ਜਾਂ ਆਪਾਂ ਪਿੱਛੇ ਵਾਲੀ ਸਾਈਡ ਇੱਧਰ ਕੋਈ ਪੱਖਾ ਲਾਇਆ ਹੋਇਆ ਜਿਹੜਾ ਉਹਨੂੰ ਇੱਧਰ ਨੂੰ ਧਕੇਲ ਰਿਹਾ? ਕਾਮਨ ਸੈਂਸ ਨਾਲ ਸੋਚਣਾ, ਸਿੰਪਲ ਜੀ ਗੱਲ ਹੈ। ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਬੇਸਿਕਲੀ ਇਸ ਬੋਲ ਨੂੰ ਇਹ ਵਾਲੀ ਡਾਇਰੈਕਸ਼ਨ ਦੇ ਵਿੱਚ ਲਗਾਤਾਰ ਧੱਕਦੀ ਜਾ ਰਹੀ ਹੋਵੇ। ਮੰਨਦੇ ਹੋ ਨਾ ਇਸ ਚੀਜ਼ ਨੂੰ? ਰਾਈਟ ਹੈ। ਦੈਟਸ ਵਾਈ ਆਪਾਂ ਕੀ ਕਹਿੰਦੇ ਆ ਕਿ ਜਿਹੜੀ ਆ ਬਾਲ ਹੈ ਇਹਦੀ ਜਿਹੜੀ ਐਸਲਰੇਸ਼ਨ ਹੋ ਰਹੀ ਹੈ ਉਹ ਸਿਰਫ ਐਂਡ ਸਿਰਫ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ? ਸਿਰਫ ਐਂਡ ਸਿਰਫ ਡਾਊਨਵਰਡਸ ਡਾਇਰੈਕਸ਼ਨ ਦੇ ਵਿੱਚ, ਅਲੋਂਗ ਦਾ ਵਾਈ ਐਕਸਿਸ। ਐਕਸ ਐਕਸਿਸ ਦੇ ਵਿੱਚ ਬੋਡੀ ਐਸਲਰੇਟ ਨਹੀਂ ਕਰ ਰਹੀ ਹੈਗੀ, ਬਿਕੋਜ਼ ਉਹਦੇ ਉੱਤੇ ਕੋਈ ਫੋਰਸ ਹੀ ਨਹੀਂ ਲੱਗ ਰਹੀ ਐਕਸ ਐਕਸਿਸ ਦੇ ਵਿੱਚ, ਰਾਈਟ? ਇਹ ਨਹੀਂ ਕਨਫਿਊਜ਼ ਹੋਣਾ ਕਿ ਆਪਾਂ ਸੁੱਟਿਆ, ਉਹ ਤਾਂ ਇਨੀਸ਼ੀਅਲ ਵੈਲੋਸਿਟੀ ਆਪਾਂ ਦਿੱਤੀ ਨਾ, ਉਹ ਤੋਂ ਬਾਅਦ ਜਦੋਂ ਬੋਡੀ ਟਰੈਵਲ ਕਰਨਾ ਸ਼ੁਰੂ ਹੋ ਰਹੀ ਹੈ, ਆਪਣੇ ਹੱਥ ਚੋਂ ਛੁੱਟ ਚੁੱਕੀ ਹੈ, ਉਦੋਂ ਦੀ ਗੱਲ ਕਰ ਰਹੇ ਹਾਂ ਆਪਾਂ ਪ੍ਰੋਜੈਕਟਾਈਲ ਮੋਸ਼ਨ ਦੀ ਗੱਲ ਕਰ ਰਹੇ ਹਾਂ। ਜਦੋਂ ਉਹਨੇ ਮੋਸ਼ਨ ਕਰਨਾ ਸਟਾਰਟ ਕੀਤਾ, ਆਹ ਵਾਲਾ ਪਾਥ ਲੈਣਾ ਸ਼ੁਰੂ ਕੀਤਾ, ਉਦੋਂ ਉਹਦੇ ਉੱਤੇ ਕੋਈ ਫੋਰਸ ਲੱਗ ਰਹੀ ਹੈ ਕਿਆ ਵਰਟੀਕਲ ਸੌਰੀ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ? ਬਿਲਕੁਲ ਨਹੀਂ, ਹੈ ਨਾ? ਸੋ ਆਪਾਂ ਕੀ ਲਿਖਾਂਗੇ? ਦਿਸ ਕੁਆਂਟੀਟੀ ਇਜ਼ ਜ਼ੀਰੋ, ਠੀਕ ਹੈ? ਬੋਡੀ ਐਕਸ ਐਕਸਿਸ ਦੇ ਵਿੱਚ ਬਿਲਕੁਲ ਐਸਲਰੇਟ ਨਹੀਂ ਕਰ ਰਹੀ ਹੈਗੀ, ਸਿਰਫ ਐਂਡ ਸਿਰਫ ਉਹਨੇ ਕੀ ਕੀਤਾ? ਵਾਈ ਐਕਸਿਸ ਦੇ ਵਿੱਚ ਐਸਲਰੇਟ ਕੀਤਾ। ਸੋ ਇਹ ਹੋਗੀ ਐਸਲਰੇਸ਼ਨ ਦੀ ਗੱਲ। ਕਿਸੇ ਨੂੰ ਕੋਈ ਡਾਊਟ ਹੈ ਇਹ 'ਚ ਤਾਂ ਦੱਸੋ ਪਹਿਲਾਂ, ਐਂਡ ਜੇ ਨਹੀਂ ਵੀ ਹੈਗਾ ਐਟਲੀਸਟ ਨੋ ਜ਼ਰੂਰ ਕਹਿ ਦਿਓ, ਚੁੱਪ ਕਰਕੇ ਨਹੀਂ ਬੈਠੇ ਰਹਿਣਾ ਹੈਗਾ। ਕਿਸੇ ਨੂੰ ਕੋਈ ਵੀ ਡਾਊਟ ਹੈਗਾ? ਡਾਊਟ ਹੈਗਾ ਤਾਂ ਪੁੱਛੋ, ਅਦਰਵਾਈਜ਼ ਦੱਸ ਦਿਓ। ਹਾਂਜੀ नो सर। ਬਾਕੀ ਸਟੂਡੈਂਟਸ? नो सर। नो सर। ਨੋ ਸਰ। नो सर। ਓਕੇ, ਇਹ ਗੱਲ ਹੋ ਗਈ ਐਸਲਰੇਸ਼ਨ ਦੀ, ਠੀਕ ਹੈ? ਹੁਣ ਆਪਾਂ ਗੱਲ ਕਰਦੇ ਹਾਂ ਬੋਡੀ ਦੀ, ਲੈਟਸ ਸਪੋਜ਼ ਵੈਲੋਸਿਟੀ ਦੀ, ਇਨੀਸ਼ੀਅਲ ਵੈਲੋਸਿਟੀ ਦੀ। ਇਨੀਸ਼ੀਅਲ ਵੈਲੋਸਿਟੀ ਅਲੋਂਗ ਦਾ ਵਾਈ ਐਕਸਿਸ ਐਂਡ ਇਨੀਸ਼ੀਅਲ ਵੈਲੋਸਿਟੀ ਅਲੋਂਗ ਦਾ ਐਕਸ ਐਕਸਿਸ। ਇਹਦਾ ਆਨਸਰ ਪਹਿਲਾਂ ਤੁਸੀਂ ਦੇਣਾ, ਬਾਅਦ ਚ ਮੈਂ ਦੱਸੂਗਾ ਕੀ ਹੋਊਗਾ। ਅਰਸ਼ਦੀਪ ਕੌਰ, initial velocity along the y-axis. अर्शदीप कैमरा ऑफ करता तुसी। अर्शदीप ਰੈਪੀਟਿਡਲੀ ਤੁਹਾਡੇ ਕੈਮਰੇ ਕਾ ਤਾਂ ਆਫ ਹੋ ਜਾਂਦੇ ਨੇ।
ਜਿਹਨੂੰ ਵੀ ਆਨਸਰ ਪਤਾ ਹੈ ਤਾਂ ਦੱਸੋ what will be the value of this quantity initial velocity along the y axis ਬੋਡੀ ਨੂੰ ਜਦੋਂ ਆਪਾਂ ਇੱਥੇ ਸੁੱਟਿਆ ਹੋਇਆ y ਐਕਸਿਸ ਦੇ ਵਿੱਚ ਉਹਦੀ ਕਿੰਨੀ ਵੈਲੋਸਿਟੀ ਹੈਗੀ ਹੈ ਕੀ ਲੱਗ ਰਿਹਾ ਤੁਹਾਨੂੰ ਹਾਂਜੀ ਅੱਛਾ ਆਪਾਂ ਬੋਡੀ ਨੂੰ ਸੁੱਟਿਆ ਕਿੱਦਾਂ ਸੀਗਾ ਬੋਲ ਨੂੰ ਕਿਹੜੀ ਡਾਇਰੈਕਸ਼ਨ ਦੇ ਵਿੱਚ ਆਪਾਂ ਜਿਹੜਾ ਡਾਇਗਰਾਮ ਬਣਾਇਆ ਇਸ ਬੋਲ ਨੂੰ ਕਿਹੜੀ ਡਾਇਰੈਕਸ਼ਨ 'ਚ ਸੁੱਟਿਆ ਸੀਗਾ ਸਰ ਹੌਰੀਜ਼ੌਂਟਲ ਹੌਰੀਜ਼ੌਂਟਲ ਫਿਰ ਉਹਦੀ ਇਨੀਸ਼ੀਅਲ ਵੈਲੋਸਿਟੀ ਹੋਊਗੀ ਵਰਟੀਕਲ ਐਕਸਿਸ ਦੇ ਵਿੱਚ ਨੋ ਸਰ ਜ਼ੀਰੋ ਸੋ ਸਿੰਪਲੀ ਜ਼ੀਰੋ ਰਾਈਟ ਜਦੋਂ ਆਪਾਂ ਬੋਲ ਨੂੰ ਸੁੱਟੇ ਹੀ ਕਿਹੜੀ ਡਾਇਰੈਕਸ਼ਨ ਦੇ ਵਿੱਚ ਹੈ ਹਰ ਚੀਜ਼ ਨੂੰ ਦੇਖੋ ਕੱਲੀ ਕੱਲੀ ਚੀਜ਼ ਇੱਥੇ ਕੋਈ ਕ੍ਰੈਮਿੰਗ ਵਾਲੀ ਚੀਜ਼ ਨਹੀਂ ਹੈਗੀ ਵਿਜ਼ੂਅਲਾਈਜ਼ ਕਰਕੇ ਚੱਲਣਾ ਹੈ ਆਹ ਬੋਲ ਸੀ ਆਪਾਂ ਕੋਲ ਆਪਾਂ ਉਹਨੂੰ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ ਸੁੱਟਿਆ ਤਾਂ ਇਨੀਸ਼ੀਅਲ ਵੈਲੋਸਿਟੀ ਉਹਦੀ ਜਿੰਨੀ ਹੈਗੀ ਹੈ ਸਾਰੀ ਦੀ ਸਾਰੀ ਹੌਰੀਜ਼ੌਂਟਲ ਡਾਇਰੈਕਸ਼ਨ 'ਚ ਹੈ ਵਰਟੀਕਲੀ ਤਾਂ ਹੈ ਨਹੀਂ ਨਾ ਜੇ ਆਪਾਂ ਕੀ ਕੀਤਾ ਹੁੰਦਾ ਬੋਲ ਨੂੰ ਲਿੱਤਾ ਫੋਰ ਐਗਜ਼ਾਮਪਲ ਆ ਬੰਦਾ ਹੈ ਬਿਲਡਿੰਗ ਦੇ ਉੱਤੇ ਖੜਾ ਜਿਹੜਾ ਮੈਂ ਡਾਇਗਰਾਮ ਇੱਥੇ ਡਰਾ ਕੀਤਾ ਹੋਇਆ ਇਹ ਇੱਥੋਂ ਕੀ ਕਰਦਾ ਬੋਲ ਨੂੰ ਲੈ ਕੇ ਡਾਊਨਵਰਡਸ ਡਾਇਰੈਕਸ਼ਨ 'ਚ ਸੁੱਟ ਰਿਹਾ ਫਿਰ ਉਹਦੀ ਵੈਲੋਸਿਟੀ ਹੁੰਦੀ ਵਰਟੀਕਲ ਡਾਇਰੈਕਸ਼ਨ 'ਚ ਫਿਰ ਇਹ ਜ਼ੀਰੋ ਨਹੀਂ ਹੋਣਾ ਸੀਗਾ ਇਹ ਚੀਜ਼ ਮੰਨਦੇ ਆ ਨਾ ਆਪਾਂ ਬਟ ਜਦੋਂ ਇਹਨੇ ਬੋਲ ਹੀ ਇਦਾਂ ਸੁੱਟੀ ਹੈ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ ਸੁੱਟੀ ਹੈ ਤਾਂ ਆਹ ਕੁਆਂਟੀਟੀ ਤਾਂ ਜ਼ੀਰੋ ਹੋਊਗੀ ਇਨੀਸ਼ੀਅਲ ਵੈਲੋਸਿਟੀ y ਐਕਸਿਸ ਦੇ ਵਿੱਚ ਤਾਂ ਆਪਾਂ ਦਿੱਤੀ ਨਹੀਂ ਹੈਗੀ ਆਰ ਯੂ ਅੰਡਰਸਟੈਂਡਿੰਗ ਦਿਸ ਹਾਂ ਉਹ ਤੋਂ ਬਾਅਦ ਜ਼ਰੂਰ ਹੋ ਜੂਗੀ ਹੌਲੀ 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 ਜਿਵੇਂ ਲੈਟਸ ਸਪੋਜ਼ ਮੈਂ ਇੱਕ ਪਾਰਟਿਕੂਲਰ ਟਾਈਮ ਤੇ ਗੱਲ ਕਰਾਂ ਕਿ ਬੋਲ ਇੱਥੇ ਆ ਚੁੱਕੀ ਹੈ ਉਦੋਂ ਉਹਦੀ ਕੋਈ ਸਰਟਨ ਵੈਲਿਊ ਹੋਊਗੀ ਉਹ ਨੂਮੈਰੀਕਲਸ ਵਗੈਰਾ 'ਚ ਆਪਾਂ ਦੇਖਾਂਗੇ ਵੀ ਕਿ ਹਾਂ ਲੈਟਸ ਸਪੋਜ਼ ਗਿਵਨ ਆਪਾਂ ਨੂੰ ਹਾਈਟ ਕਿੰਨੀ ਹੈ ਕਿੱਦਾਂ ਉਹਨੇ ਸੁੱਟਿਆ ਸੀਗਾ ਕਿੰਨੇ ਟਾਈਮ ਬਾਅਦ ਉਹਦੀ ਕਿੰਨੀ ਵੈਲੋਸਿਟੀ ਇਦਾਂ ਦੇ ਕੁਐਸਚਨਸ ਹੋਊਗੇ ਆਪਣੇ ਬਟ ਜੇ ਮੈਂ ਇਨੀਸ਼ੀਅਲੀ ਗੱਲ ਕਰਾਂ ਜਦੋਂ ਇਹਨੂੰ ਉੱਥੇ ਨੇ ਸੁੱਟੀ ਹੈ ਜਸਟ ਉਦੋਂ ਇਹ ਕੁਆਂਟੀਟੀ ਕੀ ਹੈਗੀ ਹੈ ਜ਼ੀਰੋ ਵਟ ਅਬਾਊਟ ਦਿਸ ਕੁਆਂਟੀਟੀ ਇਹਦਾ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਤਾਂ ਬੰਦੇ ਤੇ ਹੈ ਕਿ ਉਹਨੇ ਕਿੰਨੀ ਵੈਲੋਸਿਟੀ ਦੇ ਨਾਲ ਇਹਨੂੰ ਸੁੱਟਿਆ ਹੈ ਨਾ ਦਿਸ ਇਜ਼ ਇਨੀਸ਼ੀਅਲ ਵੈਲੋਸਿਟੀ x ਐਕਸਿਸ ਦੇ ਵਿੱਚ ਇਹਦੀ ਆਪਾਂ ਨੂੰ ਇੰਨਾ ਪਤਾ ਕੋਈ ਨਾ ਕੋਈ ਸਰਟਨ ਫਾਈਨਾਈਟ ਵੈਲਿਊ ਹੋਊਗੀ ਉਹ ਕੁਝ ਵੀ ਗਿਵਨ ਹੋ ਸਕਦੀ ਹੈ ਤੁਹਾਨੂੰ ਲੈਟਸ ਸਪੋਜ਼ 5 ਮੀਟਰ ਪਰ ਸੈਕਿੰਡ 10 ਮੀਟਰ ਪਰ ਸੈਕਿੰਡ ਰਾਈਟ ਇਸ ਤਰੀਕੇ ਨਾਲ ਬਸ ਆ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਕਿ ਜਦੋਂ ਆਪਾਂ ਬੋਡੀ ਦੀ ਵਰਟੀਕਲ ਮੋਸ਼ਨ ਦੀ ਗੱਲ ਕਰਨੀ ਹੈ ਐਸਲਰੇਸ਼ਨ y ਐਕਸਿਸ 'ਚ g ਹੋਊਗੀ ਇਨੀਸ਼ੀਅਲ ਵੈਲੋਸਿਟੀ ਜ਼ੀਰੋ ਹੋਊਗੀ ਐਂਡ ਜਦੋਂ ਆਪਾਂ ਬੋਡੀ ਦੇ ਹੌਰੀਜ਼ੌਂਟਲ ਮੋਸ਼ਨ ਨੂੰ ਡਿਸਕਸ ਕਰਨਾ ਤਾਂ ਐਸਲਰੇਸ਼ਨ ਜ਼ੀਰੋ ਹੋਊਗੀ ਇਨੀਸ਼ੀਅਲ ਵੈਲੋਸਿਟੀ ਫਾਈਨਾਈਟ ਹੋਊਗੀ ਪਹਿਲਾਂ ਜਿੰਨਾ ਮੈਂ ਇੱਥੇ ਲਿਖਿਆ ਹੋਈ ਹੈ ਆ ਬੇਸਿਕਲੀ ਚਾਰ ਚੀਜ਼ਾਂ ਦੋ ਆਹ ਪ੍ਰੋਪਰਲੀ ਲਿਖ ਕੇ ਕਿ ਕਿਹੜੀਆਂ ਹੌਰੀਜ਼ੌਂਟਲ ਮੋਸ਼ਨ ਦੇ ਲਈ ਨੇ ਐਂਡ ਕਿਹੜੀਆਂ ਵਰਟੀਕਲ ਮੋਸ਼ਨ ਦੇ ਲਈ ਨੇ ਨੋਟ ਡਾਊਨ ਕਰੋ ਕਾਪੀ ਦੇ ਉੱਤੇ ਨੋਟ ਜਦੋਂ ਹੋ ਜੇ ਦੱਸ ਦਿਓ ਮੈਨੂੰ ਦੈਨ ਆਪਾਂ ਕੰਟੀਨਿਊ ਕਰਦੇ ਹਾਂ ਅੱਗੇ ਸਰ ਹੋ ਗਿਆ ਸਰ ਹੋ ਗਿਆ ਸਰ ਹੋ ਗਿਆ ਪੈਂਡਿੰਗ ਤਾਂ ਨਹੀਂ ਕਿਸੇ ਦਾ ਨੋ ਸਰ ਕਰਦਾ ਨਾ ਰੇਸ ਯੈਸ ਸਰ ਯੈਸ ਸਰ ਓਕੇ ਹੁਣ ਜ਼ਰਾ ਮੈਥਮੈਟੀਕਲ ਪਾਰਟ ਹੈ ਥੋੜਾ ਜਿਹਾ ਹੁਣ ਜਿੰਨਾ ਸੀਗਾ ਬੇਸਿਕਲੀ ਕਨਸੈਪਚੁਅਲ ਪਾਰਟ ਸੀਗਾ ਨਹੀਂ ਇੱਕ ਕਨਸੈਪਚੁਅਲ ਪਾਰਟ ਹੋਰ ਆਪਾਂ ਦੇਖਦੇ ਹਾਂ ਪਹਿਲਾਂ ਆਪਣਾ ਜਿਹੜਾ ਕੋਆਰਡੀਨੇਟ ਸਿਸਟਮ ਹੈ ਦੇਖੋ ਲੈਟਸ ਸਪੋਜ਼ ਕੋਆਰਡੀਨੇਟ ਸਿਸਟਮ ਆਪਣਾ ਹੀ ਹੁੰਦਾ ਨਾ ਕਿ ਆਪਾਂ ਕਿਸ ਤਰੀਕੇ ਨਾਲ ਐਕਸਿਸ ਡਿਫਾਈਨ ਕੀਤੀ ਹੋਈ ਆ ਕਿ x ਐਕਸਿਸ ਮੈਂ ਕਿਹਨੂੰ ਮੰਨ ਰਿਹਾ ਐਂਡ y ਐਕਸਿਸ ਕਿਹਨੂੰ ਮੰਨ ਰਿਹਾ ਰਾਈਟ ਲੈਟਸ ਸਪੋਜ਼ ਅਗੇਨ ਉਦਾਂ ਦੀ ਕੇਸ ਹੈ ਦਿਸ ਇਜ਼ ਅ ਬਿਲਡਿੰਗ ਇਹਦੇ ਉੱਤੇ ਕੋਈ ਪਰਸਨ ਸੀਗਾ ਜਿਹੜਾ ਬਾਲ ਨੂੰ ਥਰੋ ਕਰ ਰਿਹਾ ਐਂਡ ਬਾਲ ਦਾ ਮੋਸ਼ਨ ਕੁਝ ਇਦਾਂ ਹੁੰਦਾ ਇਨੀਸ਼ੀਅਲੀ ਮਤਲਬ ਉਹਨੇ ਇਸ ਡਾਇਰੈਕਸ਼ਨ ਦੇ ਵਿੱਚ ਸੁੱਟੀ ਹੈ ਬਾਲ ਉਹ ਤੋਂ ਬਾਅਦ ਇਸ ਤਰੀਕੇ ਨਾਲ ਗ੍ਰੈਵਿਟੀ ਦੇ ਕਰਕੇ ਨੀਚੇ ਨੂੰ ਆ ਰਹੀ ਹੈ ਹੈਨਾ ਹੁਣ ਜੇ ਤਾਂ ਆਪਾਂ ਆਹ ਵਾਲੀ ਐਕਸਿਸ ਨੂੰ ਕੀ ਮੰਨੀਏ ਪੋਜ਼ਿਟਿਵ x ਐਕਸਿਸ ਐਂਡ ਉੱਪਰ ਵੱਲ ਨੂੰ ਆਪਾਂ ਮੰਨ ਕੇ ਚੱਲੀਏ ਪੋਜ਼ਿਟਿਵ y ਐਕਸਿਸ ਤਾਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਕੋਈ ਜੇ ਦਿੱਕਤ ਹੋਊਗੀ ਤਾਂ ਕੀ ਹੋਊਗੀ ਜੇ ਨਹੀਂ ਹੋਊਗੀ ਤਾਂ ਵੈਲ ਐਂਡ ਗੁੱਡ ਹੈ ਰਾਈਟ ਦੇਖੋ let me firstly change the color for example ਉਹਨੇ ਇਸ ਪਾਰਟਿਕੂਲਰ ਪੁਆਇੰਟ ਤੋਂ ਬਾਲ ਨੂੰ ਸੁੱਟਿਆ
in the horizontal axis, right? So ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਡਾਟਡ ਲਾਈਨ ਦੇ ਨਾਲ ਡਰਾ ਕਰ ਰਿਹਾ ਕਿ ਕਿਹੜੇ ਲੈਵਲ ਤੋਂ ਬਾਲ ਨੀਚੇ ਆਈ ਹੈ, ਠੀਕ ਹੈ। ਸੋ ਇਹ ਉਹਦਾ ਇਨੀਸ਼ੀਅਲ ਪੁਆਇੰਟ ਹੈ ਬੇਸਿਕਲੀ ਜਿੱਥੋਂ ਬਾਲ ਨੇ ਨੀਚੇ ਆਣਾ, ਐਂਡ ਦਿਸ ਇਜ਼ ਦ ਫਾਈਨਲ ਪੁਆਇੰਟ, ਹੈ ਨਾ। ਐਟ ਪਾਰਟਿਕੂਲਰ ਟਾਈਮ, ਲੈਟਸ ਸਪੋਜ਼ ਕਿਸੇ ਵੀ ਪਾਰਟਿਕੂਲਰ ਟਾਈਮ 2 ਜਾਂ 3 ਸੈਕਿੰਡ ਬਾਅਦ ਮੰਨ ਕੇ ਚੱਲਦੇ ਹਾਂ ਬਾਲ ਇੱਥੇ ਕਿਤੇ ਹੈ, ਐਟ ਹਿਅਰ। ਇਸ ਪਾਰਟਿਕੂਲਰ ਪੁਆਇੰਟ ਦੇ ਉੱਤੇ ਜੇ ਬਾਡੀ ਦੀ ਵੈਲੋਸਿਟੀ ਮੈਂ ਦੱਸਣੀ ਹੋਵੇ ਤਾਂ ਉਹ ਪੋਜ਼ਿਟਿਵ ਹੋਊਗੀ ਜਾਂ ਨੈਗੇਟਿਵ ਹੋਊਗੀ? ਇਹਦਾ ਆਨਸਰ ਕਰੋ। Will the velocity of the body will be positive or negative? ਜਿਹਨੂੰ ਪਤਾ ਆਨਸਰ ਕਰ ਸਕਦਾ ਅਨਮਿਊਟ ਹੋ ਕੇ। Will the velocity of the body be positive or negative? ਹਾਂਜੀ, ਜਿਹਨੂੰ ਆਨਸਰ ਪਤਾ ਦੇ ਸਕਦਾ। ਹੁਣ ਦੇਖੋ ਇਹੀ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਸਾਰੇ ਲੈਕਚਰਸ ਨਹੀਂ ਨਾ ਦੇਖਦੇ, ਕੰਟੀਨਿਊਟੀ ਨਹੀਂ ਬਣਾਉਂਦੇ। ਫਿਰ ਮੈਂ ਪਹਿਲਾਂ ਹੀ ਕਿਹਾ ਸੀਗਾ ਜਦੋਂ ਤੁਸੀਂ ਕੰਟੀਨਿਊਟੀ ਨਹੀਂ ਬਣਾਓਗੇ ਅਗਲੇ ਲੈਕਚਰ 'ਚ ਉਹ ਸਾਰੀਆਂ ਚੀਜ਼ਾਂ ਵਾਰ-ਵਾਰ ਯੂਜ਼ ਹੋਣੀਆਂ। ਫਿਜ਼ਿਕਸ ਇਦਾਂ ਦਾ ਹੀ ਸਬਜੈਕਟ ਹੈ, ਇਹ ਇਦਾਂ ਨਹੀਂ ਹੈਗਾ ਕਿ ਤੁਸੀਂ 2 ਚੈਪਟਰ ਛੱਡ ਤੇ ਤੁਹਾਨੂੰ ਤੀਜਾ ਆਰਾਮ ਨਾਲ ਸਮਝ ਆ ਜਾਊਗਾ। ਉਹ ਤੀਜੇ 'ਚ ਪਹਿਲੇ ਦੋਨੋਂ ਯੂਜ਼ ਹੋਣੇ ਨੇ। ਜਿੰਨੂੰ ਵੀ ਜਿੰਨਾ ਵੀ ਆਈਡੀਆ ਹੈਗਾ ਦੱਸੋ ਵੈਲੋਸਿਟੀ ਪੋਜ਼ਿਟਿਵ ਹੋਊਗੀ ਜਾਂ ਨੈਗੇਟਿਵ ਹੋਊਗੀ? ਗਲਤ ਆਨਸਰ ਦਿਓ। ਮੈਂ ਕਿਹੜਾ ਕਿਸੇ ਨੂੰ ਕੁਝ ਕਹਿ ਰਿਹਾ, ਤੁਸੀਂ ਆਨਸਰ ਹੀ ਨਹੀਂ ਦਿੰਦੇ, ਪਤਾ ਨਹੀਂ ਕੀ ਰੀਜ਼ਨ ਹੈ। ਹਾਂਜੀ, ਜਿਹਨੂੰ ਜੋ ਲੱਗ ਰਿਹਾ। ਸੋ ਪੋਜ਼ਿਟਿਵ। ਕਿੰਨੇ ਆਨਸਰ ਦਿੱਤਾ ਕਵਲਜੀਤ? ਬਾਕੀ ਸਟੂਡੈਂਟਸ, ਬਾਕੀ ਹੋਰ ਕੀ ਲੱਗ ਰਿਹਾ ਬੋਡੀ ਦੀ ਵੈਲੋਸਿਟੀ ਕੀ ਹੋਏਗੀ, ਪੋਜ਼ਿਟਿਵ ਜਾਂ ਨੈਗੇਟਿਵ? ਐਟਲੀਸਟ 2 ਜਾਂ 3 ਆਨਸਰ ਤਾਂ ਦਿਓ ਮੈਨੂੰ। ਕਵਲਪ੍ਰੀਤ, ਸੋ ਪੋਜ਼ਿਟਿਵ। ਅਮਨਪ੍ਰੀਤ, ਅਮਨਪ੍ਰੀਤ ਵੈਲੋਸਿਟੀ ਪੋਜ਼ਿਟਿਵ ਹੋਊਗੀ ਜਾਂ ਨੈਗੇਟਿਵ ਹੋਊਗੀ? ਪੋਜ਼ਿਟਿਵ। ਰੀਜ਼ਨ ਐਕਸਪਲੇਨ ਕਰ ਸਕਦੇ ਹੋ ਜੀ ਤੁਹਾਡੇ ਚੋਂ ਕੋਈ ਵੀ ਸਟੂਡੈਂਟ? ਕੀ ਰੀਜ਼ਨ ਹੈ? ਅੱਛਾ ਆਹ ਦੇਖੋ ਬੋਡੀ ਨੂੰ ਆਪਾਂ ਇੱਥੋਂ ਸੁੱਟਿਆ, ਇੱਥੋਂ ਚੱਲਣਾ ਸ਼ੁਰੂ ਕੀਤਾ, ਹੈ ਨਾ। ਉੱਪਰ ਵੱਲ ਨੂੰ ਆਪਾਂ ਕਿਹੜੀ ਐਕਸਿਸ ਮੰਨੀ ਹੋਈ ਹੈ? ਪੋਜ਼ਿਟਿਵ। ਤਾਂ ਨੀਚੇ ਵੱਲ ਨੂੰ ਕਿਹੜੀ ਐਕਸਿਸ ਹੋ ਜਾਊਗੀ? ਨੈਗੇਟਿਵ, ਆਫ ਕੋਰਸ। ਹੁਣ ਜਿਵੇਂ ਆਹ ਵਾਲੇ ਲੈਵਲ ਦੇ ਵਿਦ ਰਿਸਪੈਕਟ ਟੂ ਦੇਖਣਾ ਹੋਵੇ ਬੋਡੀ ਨੀਚੇ ਵੱਲ ਨੂੰ ਆਈ ਹੈ ਜਾਂ ਉੱਪਰ ਵੱਲ ਨੂੰ ਆਈ ਹੈ? ਆਫ ਕੋਰਸ ਨੀਚੇ ਵੱਲ ਨੂੰ। ਐਂਡ ਨੀਚੇ ਵਾਲੀ ਐਕਸਿਸ ਮੈਂ ਕਿਹੜੀ ਮੰਨੀ ਸੀਗੀ? ਨੈਗੇਟਿਵ। ਦੈਟ ਮੀਨਸ ਵੈਲੋਸਿਟੀ ਕੀ ਹੋਊਗੀ? ਨੈਗੇਟਿਵ। ਪੋਜ਼ਿਟਿਵ ਕਿੱਦਾਂ ਹੋ ਜੂਗੀ? ਵੈਲੋਸਿਟੀ ਆਫ ਦਾ ਬੋਡੀ ਵਿਲ ਬੀ ਨੈਗੇਟਿਵ। ਇਹ ਚੀਜ਼ ਸਮਝ ਲੱਗੀ? ਪਹਿਲਾਂ ਦੱਸਿਓ। ਜੇ ਆਪਾਂ ਬੋਡੀ ਉੱਪਰ ਨੂੰ ਸੁੱਟਾਂਗੇ, ਲੈਟਸ ਸਪੋਜ਼ ਆ ਇਨੀਸ਼ੀਅਲ ਲੈਵਲ ਹੈ, ਇੱਥੋਂ ਮੈਂ ਕੀ ਕੀਤਾ ਬੋਡੀ ਨੂੰ ਉੱਪਰ ਵੱਲ ਨੂੰ ਸੁੱਟਤਾ, ਇੱਧਰ ਨੂੰ ਪ੍ਰੋਜੈਕਟ ਕਰਤਾ। ਹੁਣ ਕਿਸੇ ਪਾਰਟਿਕੂਲਰ ਟਾਈਮ ਬਾਅਦ ਬੋਡੀ ਇੱਥੇ ਹੈ, ਇਸ ਪਾਰਟਿਕੂਲਰ ਟਾਈਮ ਤੇ ਮੈਂ ਕਹਿ ਸਕਦਾ ਬੋਡੀ ਦੀ ਵੈਲੋਸਿਟੀ ਪੋਜ਼ਿਟਿਵ ਹੈ ਬਿਕੋਜ਼ ਉਹ ਪੋਜ਼ਿਟਿਵ ਵਾਈ ਐਕਸਿਸ ਦੇ ਵਿੱਚ ਟਰੈਵਲ ਕਰ ਰਹੀ ਹੈ। ਆਰ ਯੂ ਗੈਟਿੰਗ ਦਿਸ? ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋਈ ਡਾਊਟ ਜੀ? ਜਦੋਂ ਵੀ ਆਪਾਂ ਵੈਲੋਸਿਟੀ ਦੇਖਣੀ ਹੈ ਨਾ ਬੋਡੀ ਦੀ, ਜਦੋਂ ਵੀ ਆਪਾਂ ਵੈਲੋਸਿਟੀ ਦੇਖਣੀ ਹੈ ਬੋਡੀ ਦੀ, ਆਪਾਂ ਜਸਟ ਇਹ ਦੇਖਣਾ ਕਿ ਜਿਹੜਾ ਇਨੀਸ਼ੀਅਲ ਲੈਵਲ ਸੀਗਾ, ਰਾਈਟ, ਜਿੱਥੋਂ ਆਪਾਂ ਸੁੱਟਿਆ ਉਹਦੇ ਵਿਦ ਰਿਸਪੈਕਟ ਟੂ ਬੋਡੀ ਪੋਜ਼ਿਟਿਵ ਐਕਸ ਐਕਸਿਸ ਦੇ ਵਿੱਚ ਟਰੈਵਲ ਕਰ ਰਹੀ ਹੈ, ਐਕਸ ਕਹਿ ਰਿਹਾ ਸੌਰੀ ਵਾਈ, ਪੋਜ਼ਿਟਿਵ ਐਕਸਿਸ ਦੇ ਵਿੱਚ ਟਰੈਵਲ ਕਰ ਰਹੀ ਹੈ ਜਾਂ ਨੈਗੇਟਿਵ ਐਕਸਿਸ ਦੇ ਵਿੱਚ ਟਰੈਵਲ ਕਰ ਰਹੀ ਹੈ। ਜੇ ਪੋਜ਼ਿਟਿਵ ਦੇ ਵਿੱਚ ਕਰ ਰਹੀ ਹੈ ਤਾਂ ਵੈਲੋਸਿਟੀ ਪੋਜ਼ਿਟਿਵ ਹੋ ਜੂਗੀ, ਨੈਗੇਟਿਵ ਵਿੱਚ ਮੋਸ਼ਨ ਹੈ ਤਾਂ ਨੈਗੇਟਿਵ ਹੋ ਜੂਗੀ, ਰਾਈਟ। ਸੋ ਇੱਥੇ ਆਪਾਂ ਨੂੰ ਇੰਨਾ ਪਤਾ ਕਿ ਬੋਡੀ ਦੀ ਵੈਲੋਸਿਟੀ ਨੈਗੇਟਿਵ ਹੈ। ਵਾਟ ਅਬਾਊਟ ਦ ਐਸਲਰੇਸ਼ਨ? ਐਸਲਰੇਸ਼ਨ ਦਾ ਸਾਈਨ ਆਪਾਂ ਨੂੰ ਕਿਵੇਂ ਪਤਾ ਲੱਗਦਾ ਹੁੰਦਾ? ਅਗੇਨ ਮੈਂ ਥਰਡ ਚੈਪਟਰ ਦੇ ਵਿੱਚ ਇਹ ਚੀਜ਼ ਕਵਰ ਕੀਤੀ ਹੋਈ ਆ ਕਿ ਜਦੋਂ ਵੀ ਬੋਡੀ ਫਾਸਟ ਹੋ ਰਹੀ ਹੁੰਦੀ ਹੈ, ਸਪੀਡ ਅਪ ਹੋ ਰਹੀ ਹੁੰਦੀ ਹੈ, ਉਹ ਨੋਟ 'ਚ ਵੀ ਇਨਕਲੂਡਡ ਹੈ, ਯਾਦ ਹੋਊਗਾ ਤੁਹਾਨੂੰ ਜੇ ਲਿਖਿਆ ਹੋਊਗਾ ਕਿ ਜਦੋਂ ਬੋਡੀ ਸਪੀਡ ਅਪ ਹੋ ਰਹੀ ਹੁੰਦੀ ਆ ਉਦੋਂ ਐਸਲਰੇਸ਼ਨ ਤੇ ਵੈਲੋਸਿਟੀ ਦਾ ਸਾਈਨ ਸੇਮ ਹੁੰਦਾ। ਯਾਦ ਹੈ ਕਿਸੇ ਨੂੰ? ਜਦੋਂ ਬੋਡੀ ਸਲੋ ਡਾਊਨ ਹੋ ਰਹੀ ਹੋਊਗੀ ਵੈਲੋਸਿਟੀ ਐਂਡ ਐਸਲਰੇਸ਼ਨ ਦਾ ਸਾਈਨ ਉਲਟਾ ਹੋਊਗਾ, ਰਾਈਟ। ਇੱਥੇ ਬੋਡੀ ਕੀ ਹੋ ਰਹੀ ਹੈ? ਨੀਚੇ ਨੂੰ ਆ ਰਹੀ ਹੈ, ਗ੍ਰੈਵਿਟੀ ਦੇ ਨਾਲ ਨਾਲ ਨੀਚੇ ਨੂੰ ਆ ਰਹੀ ਹੈ, ਮਤਲਬ ਗ੍ਰੈਵਿਟੀ ਉਹਦੇ ਉੱਤੇ ਫੋਰਸ ਲਗਾ ਕੇ ਉਹਨੂੰ ਖਿੱਚ ਰਹੀ ਹੈ, ਮਤਲਬ ਬੋਡੀ ਨੇ ਫਾਸਟ ਹੁੰਦੇ ਜਾਣਾ ਹੈ। ਦੈਟ ਮੀਨਸ ਜੋ ਸਾਈਨ ਇੱਥੇ ਵੈਲੋਸਿਟੀ ਦਾ ਹੈਗਾ ਉਹੀ ਸਾਈਨ ਕਿਹਦਾ ਹੋਊਗਾ? ਐਸਲਰੇਸ਼ਨ ਦਾ ਹੋਊਗਾ। ਦੈਟ ਮੀਨਸ ਐਸਲਰੇਸ਼ਨ ਵੀ ਕੀ ਹੋ ਜੂਗੀ? ਨੈਗੇਟਿਵ। ਕੋਈ ਡਾਊਟ ਕਿਸੇ ਨੂੰ? No, No, sir. sir.
ਜੇ ਡਾਊਟ ਨਹੀਂ ਹੁੰਦਾ ਫਿਰ No, sir. ਜੇ ਡਾਊਟ ਨਹੀਂ ਹੁੰਦਾ ਫਿਰ ਰਿਸਪੌਂਡ ਕਾਹਤੋਂ ਨਹੀਂ ਕਰਦੇ? ਫਿਰ ਕਮਾਲ ਦੀ ਗੱਲ ਇਹ ਹੈ। ਜਾਂ ਤਾਂ ਬੰਦਾ ਤਾਂ ਨਹੀਂ ਰਿਸਪੌਂਡ ਕਰਦਾ ਹੁੰਦਾ ਕਿ ਉਹਨੂੰ ਡਾਊਟਸ ਹੁੰਦੇ ਨੇ ਕਿ ਪਤਾ ਨਹੀਂ ਇਹਦਾ ਕੀ ਆਨਸਰ ਹੋਊਗਾ। ਜਦੋਂ ਪੁੱਛੋ ਉਦੋਂ ਤੁਹਾਨੂੰ ਡਾਊਟਸ ਨਹੀਂ ਹੁੰਦਾ, ਰਿਸਪੌਂਡ ਤਾਂ ਕਰਿਆ ਕਰੋ ਨਾ ਫਿਰ। ਠੀਕ ਹੈ, ਹੁਣ ਦੇਖੋ ਚੱਕਰ ਕੀ ਪਿਆ, ਜੇ ਆਪਾਂ ਆਹ ਵਾਲੀ ਐਕਸਿਸ ਨੂੰ ਪੋਜ਼ਿਟਿਵ ਐਕਸ ਐਕਸਿਸ ਮੰਨਿਆ ਸੀਗਾ, ਉੱਪਰ ਵਾਲੀ ਐਕਸਿਸ ਨੂੰ ਪੋਜ਼ਿਟਿਵ ਵਾਈ ਐਕਸਿਸ ਮੰਨਿਆ ਸੀਗਾ, ਤਾਂ ਬੋਡੀ ਦੀ ਵੈਲੋਸਿਟੀ ਕੀ ਆ ਰਹੀ ਹੈ? ਨੈਗੇਟਿਵ। ਐਸਲਰੇਸ਼ਨ ਵੀ ਕੀ ਹੈ? ਨੈਗੇਟਿਵ, ਰਾਈਟ। ਸੋ ਜਿੱਥੇ ਜਿੱਥੇ ਵੀ ਲੈਟਸ ਸਪੋਜ਼ ਆਪਾਂ ਨੂਮੈਰੀਕਲ ਸੋਲਵ ਕਰ ਰਹੇ ਹਾਂ, ਮੰਨ ਲਓ ਚ ਗਿਵਨ ਹੈਗਾ ਕਿ ਕਿਸੇ ਵੀ ਪਾਰਟਿਕੂਲਰ ਵੈਲੋਸਿਟੀ ਦੇ ਨਾਲ ਬੋਡੀ ਨੂੰ ਉਹਨੇ ਸੁੱਟਤਾ, ਬੋਡੀ ਦੀ ਐਸਲਰੇਸ਼ਨ ਜਿਵੇਂ ਆਪਾਂ ਲੈ ਕੇ ਚੱਲਣੀ ਹੈ ਅਲੋਂਗ ਦਾ ਵਾਈ ਐਕਸਿਸ, ਰਾਈਟ, ਤਾਂ ਆਪਾਂ ਨੂੰ ਕੀ ਮੰਨਣੀ ਪਊਗੀ? ਨੈਗੇਟਿਵ 9.8 ਮੀਟਰ ਪਰ ਸੈਕਿੰਡ ਸਕੁਅਰ। ਸਿਮਿਲਰਲੀ ਜਿਹੜੀ ਵੈਲੋਸਿਟੀ ਹੋਊਗੀ ਉਹਨੂੰ ਵੀ ਆਪਾਂ ਨੂੰ ਨੈਗੇਟਿਵ ਲੈ ਕੇ ਚੱਲਣਾ ਪਊਗਾ। ਹੋਰ ਕੋਈ ਬੜਾ ਚੱਕਰ ਨਹੀਂ ਹੈਗਾ, ਬਸ ਹਰ ਵਾਰੀ ਆਪਾਂ ਨੂੰ ਨੈਗੇਟਿਵ ਸਾਈਨ ਐਵੇਂ ਫਜ਼ੂਲ ਚ ਇਨਕਲੂਡ ਕਰਨਾ ਪਊਗਾ, ਉਹ ਚੀਜ਼ਾਂ ਨੂੰ ਹੋਰ ਜ਼ਿਆਦਾ ਕੰਪਲੈਕਸ ਕਰੂਗਾ। ਸੋ ਇਸ ਕਰਕੇ ਆ ਜਿਹੜਾ ਕੋਆਰਡੀਨੇਟ ਸਿਸਟਮ ਹੈ ਆਪਣੇ ਕਿਸੇ ਕੰਮ ਦਾ ਨਹੀਂ ਹੈਗਾ, ਦੇਖ ਰਹੇ ਹੋ। ਦੈਟ ਮੀਨਸ ਆਪਾਂ ਇਦਾਂ ਨਹੀਂ ਮੰਨ ਕੇ ਚੱਲ ਸਕਦੇ ਇੱਥੇ ਕਿ ਆਹ ਵਾਲੀ ਐਕਸਿਸ ਨੂੰ ਪੋਜ਼ਿਟਿਵ ਐਕਸ ਐਕਸਿਸ ਐਂਡ ਉੱਪਰ ਵੱਲ ਨੂੰ ਪੋਜ਼ਿਟਿਵ ਵਾਈ ਐਕਸਿਸ। ਠੀਕ ਹੈ, ਸੋ ਆਪਾਂ ਕੀ ਕਰਦੇ ਹਾਂ, ਚੀਜ਼ਾਂ ਨੂੰ ਸਿੰਪਲੀਫਾਈ ਕਰਨ ਦੇ ਲਈ ਨਾ ਕੋਆਰਡੀਨੇਟ ਸਿਸਟਮ ਨਹੀਂ ਕੁਝ ਇਸ ਤਰੀਕੇ ਨਾਲ ਬਣਾਉਂਦੇ ਆ ਕਿ ਇਹ ਵਾਲੀ ਐਕਸਿਸ ਨੂੰ ਆਪਾਂ ਪੋਜ਼ਿਟਿਵ ਐਕਸ ਐਕਸਿਸ ਮੰਨ ਕੇ ਚੱਲਾਂਗੇ ਐਂਡ ਨੀਚੇ ਵਾਲੀ ਐਕਸਿਸ ਨੂੰ ਆਪਾਂ ਪੋਜ਼ਿਟਿਵ ਵਾਈ ਐਕਸਿਸ ਮੰਨ ਕੇ ਚੱਲਾਂਗੇ। ਕਾਰਟੇਜ਼ੀਅਨ ਸਿਸਟਮ ਤੋਂ ਬਿਲਕੁਲ ਉਲਟਾ ਲੈ ਕੇ ਚੱਲ ਰਹੇ ਹਾਂ ਆਪਾਂ, ਰਾਈਟ। ਮੈਥਮੈਟਿਕਸ ਚ ਕਾਰਟੇਜ਼ੀਅਨ ਸਿਸਟਮ ਚ ਆਪਾਂ ਇਦਾਂ ਹੀ ਲੈ ਕੇ ਚੱਲਦੇ ਆ ਨਾ, ਉੱਪਰ ਪੋਜ਼ਿਟਿਵ ਵਾਈ ਹੁੰਦਾ, ਇੱਧਰ ਪੋਜ਼ਿਟਿਵ ਐਕਸ ਹੁੰਦਾ, ਇਹ ਤਾਂ ਪਤਾ ਨਾ। ਇੱਧਰ ਆਪਾਂ ਨੈਗੇਟਿਵ ਐਕਸ ਲੈਂਦੇ ਹੁੰਦੇ ਆ ਐਂਡ ਡਾਊਨਵਰਡਸ ਆਪਾਂ ਕੋਲ ਨੈਗੇਟਿਵ ਵਾਈ ਹੁੰਦਾ। 10th ਚ ਪੜਿਆ ਹੋਣਾ ਇਹ ਚੀਜ਼, ਇਵਨ ਪ੍ਰੀਵੀਅਸ ਕਲਾਸਿਸ ਚ ਵੀ ਹੁੰਦਾ। ਬਟ ਇੱਥੇ ਹੁਣ ਆਪਾਂ ਕਾਰਟੇਜ਼ੀਅਨ ਸਿਸਟਮ ਨਹੀਂ ਲੈ ਰਹੇ ਹੈਗੇ, ਬਿਲਕੁਲ ਆਪਾਂ ਉਲਟਾ ਲੈ ਕੇ ਚੱਲ ਰਹੇ ਹਾਂ, ਬਿਕੋਜ਼ ਆਪਾਂ ਦੇਖਿਆ ਕਿ ਜਦੋਂ ਆਪਾਂ ਕਾਰਟੇਜ਼ੀਅਨ ਸਿਸਟਮ ਦੇ ਨਾਲ ਚੱਲੇ, ਵੈਲੋਸਿਟੀ ਵੀ ਆਪਣੀ ਕੀ ਆ ਰਹੀ ਸੀਗੀ? ਨੈਗੇਟਿਵ, ਐਂਡ ਐਸਲਰੇਸ਼ਨ ਵੀ ਕੀ ਸੀਗੀ? ਨੈਗੇਟਿਵ। ਠੀਕ ਹੈ, ਤੋਂ ਬਚਣ ਦੇ ਲਈ ਆਪਾਂ ਕੋਆਰਡੀਨੇਟ ਸਿਸਟਮ ਨੂੰ ਇਦਾਂ ਫਲਿਪ ਕਰਤਾ। ਹੁਣ ਦੇਖੋ ਇਹਦਾ ਕੀ ਫਾਇਦਾ ਹੋਊਗਾ। ਅਗੇਨ ਸਿਸਟਮ ਉਹੀ ਹੈ, ਇੱਥੋਂ ਬੋਡੀ ਨੇ ਚੱਲਣਾ ਸ਼ੁਰੂ ਕੀਤਾ, ਲੈਟਸ ਸਪੋਜ਼ ਅਗੇਨ ਉਹੀ ਚੀਜ਼ ਹੈ, ਬੋਲ ਨੂੰ ਆਪਾਂ ਥਰੂ ਕੀਤਾ ਇਨ ਹੌਰੀਜ਼ੌਂਟਲ ਡਾਇਰੈਕਸ਼ਨ। ਸੋ ਇਸ ਤਰੀਕੇ ਨਾਲ ਪਹਿਲਾਂ ਤਾਂ ਆਈ, ਬਾਅਦ ਚੋਂ ਉਹਦੇ ਉੱਤੇ ਗ੍ਰੈਵਿਟੀ ਲੱਗੀ ਐਂਡ ਇਸ ਤਰੀਕੇ ਨਾਲ ਬੋਡੀ ਨੇ ਮੋਸ਼ਨ ਕੀਤਾ। ਸਾਰਾ ਉਹੀ ਚੀਜ਼ ਮੈਂ ਡਰਾ ਕੀਤਾ। ਹੁਣ ਦੱਸੋ ਜਰਾ, ਬੋਡੀ ਦੀ ਜਿਹੜੀ ਵੈਲੋਸਿਟੀ ਹੈ ਉਹ ਪੋਜ਼ਿਟਿਵ ਹੋਊਗੀ ਜਾਂ ਨੈਗੇਟਿਵ ਹੋਊਗੀ? Sir, negative. ਰੀਜ਼ਨ ਜੀ? Sir, positive. Sir, ਇੱਕ ਮਿੰਟ ਪਹਿਲਾਂ ਕਵਲਜੀਤ ਤੁਸੀਂ ਐਕਸਪਲੇਨ ਕਰੋ। sir ऊपर positive ही, sir ਜਦੋਂ नीचे आई velocity पर sir पे negative हो जाएगा। ਦਵਿੰਦਰ? Sir, positive ਆਏਗਾ because sir ਉਹ ਕਿਉਂਕਿ ਉਹ y plus y axis ਵੱਲ ਜਾਂਦੇ ਆ sir, negative ਵੱਲ ਨਹੀਂ ਜਾਂਦੇ ਆ। ਰਮਨਦੀਪ? ਸਰ ਪੋਜ਼ਿਟਿਵ ਆਊਗੀ ਕਿਉਂਕਿ ਹੁਣ ਆਪਾਂ ਨੀਚੇ ਨੂੰ ਪੋਜ਼ਿਟਿਵ ਵਾਈ ਮੰਨਿਆ ਹੈ। Exactly. The velocity will be positive. For example, देखो कवलजीत, let's suppose एक particular मैं point consider कर लिया, ਇੱਥੇ ਮੰਨ ਕੇ ਚੱਲਦੇ ਹਾਂ ਕਿ ਕਿਸੇ particular time ਬਾਅਦ ball ਇੱਥੇ ਪਹੁੰਚ ਚੁੱਕੀ ਹੈ, ਠੀਕ ਹੈ। ਹੁਣ ਇਹ ਕਿਹੜੇ ਐਕਸਿਸ ਦੇ ਵਿੱਚ ਹੈਗੀ ਆ ਇੱਥੇ 0 ਸੀਗਾ, ਹੈ ਨਾ, origin। ਹੁਣ ਜਿਹੜਾ ਇਹਦਾ y ਕੋਆਰਡੀਨੇਟ ਹੈਗਾ, ਇਦਾਂ ਸੋਚ ਲਓ ਨਾ, ਇਹ ਪੋਜ਼ਿਟਿਵ ਵੈਲਿਊ ਹੋਊਗੀ ਜਾਂ ਨੈਗੇਟਿਵ? ਪੋਜ਼ਿਟਿਵ, ਬਿਕੋਜ਼ ਆ ਦੇਖੋ ਇਹਨੂੰ ਮੈਂ ਇਦਾਂ ਲੈਣਾ, ਲੈਟਸ ਸਪੋਜ਼ ਜਿਵੇਂ ਆਪਾਂ ਵੇਟ ਅ ਮਿੰਟ, ਕੀ ਆਪਾਂ ਲੈ ਕੇ ਚੱਲੀਏ, ਇੱਥੇ ਡਿਸਟੈਂਸ ਹੈ ਨਾ ਸਭ ਤੋਂ ਪਹਿਲਾਂ, ਲੈਟਸ ਸਪੋਜ਼ 1 ਮੀਟਰ 2 ਮੀਟਰ 3 ਮੀਟਰ। ਨੀਚੇ ਵੱਲ ਨੂੰ ਆਪਾਂ ਪੋਜ਼ਿਟਿਵ ਵੈਲਿਊਜ਼ ਕੰਸੀਡਰ ਕੀਤੀਆਂ ਹੋਈਆਂ, ਉੱਪਰ ਵੱਲ ਨੂੰ ਆਪਾਂ ਕੀ ਮੰਨਾਂਗੇ? ਇੱਥੇ ਨੈਗੇਟਿਵ ਵੈਲਿਊਜ਼, -1 ਮੀਟਰ -2, ਇਸ ਤਰੀਕੇ ਨਾਲ। ਹੁਣ ਬੋਡੀ ਇੱਥੇ ਕਿਹੜੀ ਐਕਸਿਸ 'ਚ ਹੈਗੀ ਹੈ? ਪੋਜ਼ਿਟਿਵ ਐਕਸਿਸ ਦੇ ਵਿੱਚ। ਸੋ ਇਹਦੀ ਆਪਾਂ ਜਿਹੜੀ ਵੈਲੋਸਿਟੀ ਹੋਊਗੀ ਉਹਨੂੰ ਵੀ ਕੀ ਕੰਸੀਡਰ ਕਰਾਂਗੇ? ਇੱਥੇ ਪੋਜ਼ਿਟਿਵ। ਇਸ ਤਰੀਕੇ ਨਾਲ ਆਪਾਂ ਸੋਚਣਾ, ਠੀਕ ਹੈ। ਹੁਣ ਇਸ ਕੇਸ 'ਚ ਉਲਟਾ ਹੋ ਜਾਊਗਾ, ਜੇ ਬੋਲ ਨੂੰ ਲੈਟਸ ਸਪੋਜ਼ ਮੈਂ ਉੱਪਰ ਵੱਲ ਨੂੰ ਸੁੱਟਦਾ, ਹੁਣ ਉਹਦੀ ਵੈਲੋਸਿਟੀ ਨੈਗੇਟਿਵ ਆਊਗੀ, ਹੈ ਨਾ, ਬਿਕੋਜ਼ ਉੱਪਰ ਵੱਲ ਨੂੰ ਕਿਹੜੀ ਐਕਸਿਸ ਹੈਗੀ ਹੈ? ਨੈਗੇਟਿਵ ਵਾਈ ਐਕਸਿਸ। ਆਰ ਯੂ ਗੈਟਿੰਗ ਦਿਸ? ਠੀਕ ਹੈ ਨਾ। ਠੀਕ ਹੈ, ਹੁਣ ਇੱਥੇ ਆਪਾਂ ਕੀ ਦੇਖਿਆ ਕਿ ਬੋਡੀ ਦੀ ਵੈਲੋਸਿਟੀ ਕੀ ਆ ਰਹੀ ਹੈ? ਪੋਜ਼ਿਟਿਵ। ਸੋ ਇਹ ਕੰਮ ਤਾਂ ਸੌਖਾ ਹੋ ਗਿਆ, ਪਹਿਲਾਂ ਵੈਲੋਸਿਟੀ ਨੈਗੇਟਿਵ ਆ ਰਹੀ ਸੀ ਕਾਰਟੇਜ਼ੀਅਨ ਪਲੇਨ ਦੇ ਅਕੋਰਡਿੰਗਲੀ, ਇੱਥੇ ਕੋਆਰਡੀਨੇਟ ਸਿਸਟਮ ਜੇ ਇਦਾਂ ਲੈ ਕੇ ਚੱਲ ਰਹੇ ਹਾਂ ਤਾਂ ਵੈਲੋਸਿਟੀ ਪੋਜ਼ਿਟਿਵ ਆ ਰਹੀ ਹੈ। ਵਟ ਅਬਾਊਟ ਐਸਲਰੇਸ਼ਨ? ਐਸਲਰੇਸ਼ਨ ਦਾ ਸਾਈਨ ਆਲਵੇਜ਼ ਉਦਾਂ ਹੀ ਦੇਖਣਾ ਹੈ, ਪਹਿਲਾਂ ਇਹ ਦੇਖੋ ਬੋਡੀ ਫਾਸਟ ਹੋ ਰਹੀ ਹੈ ਜਾਂ ਸਲੋ ਡਾਊਨ ਹੋ ਰਹੀ ਹੈ। ਇਹ ਮੋਸ਼ਨ ਜਦੋਂ ਵੀ ਬੋਡੀ ਕਰੇਗੀ, ਆਫ ਕੋਰਸ ਬੋਡੀ ਨੇ ਕੀ ਕਰਨਾ? ਸਪੀਡ ਅਪ ਹੋਣਾ ਹੈ ਨਾ, ਬੋਡੀ ਨੀਚੇ ਨੂੰ ਆਊਗੀ, ਜਦੋਂ ਵੀ ਗ੍ਰੈਵਿਟੀ ਦੇ ਨਾਲ ਨਾਲ ਬੋਡੀ ਫਾਸਟ ਹੁੰਦੀ ਜਾਂਦੀ ਹੈ, ਹੋਰ ਤੇਜ਼ ਹੁੰਦੀ ਜਾਂਦੀ ਹੈ। ਦੈਟ ਮੀਨਸ ਜੋ ਸਾਈਨ ਵੈਲੋਸਿਟੀ ਦਾ, ਉਹੀ ਸਾਈਨ ਕੀ ਹੋ ਜਾਊਗਾ? ਐਸਲਰੇਸ਼ਨ ਦਾ। ਜਦੋਂ ਵੀ ਬੋਡੀ ਨੇ ਸਪੀਡ ਅਪ ਹੋਣਾ, ਦੋਨਾਂ ਦਾ ਸਾਈਨ ਸੇਮ ਹੁੰਦਾ, ਇਹ ਚੀਜ਼ ਯਾਦ ਰੱਖਣੀ ਹੈ। 3rd ਚੈਪਟਰ ਦੇ ਵਿੱਚ ਰਿਵਾਈਜ਼ ਕਰ ਲਿਓ, ਇਹ ਚੀਜ਼ ਮੈਂ ਆਲਰੇਡੀ ਐਕਸਪਲੇਨ ਕੀਤੀ ਹੈ ਪ੍ਰੋਪਰਲੀ। ਸੋ ਐਸਲਰੇਸ਼ਨ ਵੀ ਕੀ ਹੋਗੀ ਆਪਣੀ? ਪੋਜ਼ਿਟਿਵ, ਬਿਕੋਜ਼ ਬੋਡੀ ਫਾਸਟ ਹੋ ਰਹੀ ਹੈ, ਠੀਕ ਹੈ। ਸੋ ਦੇਖਿਆ, ਜਸਟ ਇੱਕ ਕੋਆਰਡੀਨੇਟ ਸਿਸਟਮ ਨੂੰ ਫਲਿਪ ਕਰਕੇ ਕਿੰਨਾ ਕੰਮ ਆਪਣਾ ਸੌਖਾ ਹੋ ਜਾ ਰਿਹਾ। ਦੋਨੋਂ ਕੁਆਂਟੀਟੀਜ਼ ਹੁਣ ਕੀ ਆ ਰਹੀਆਂ ਨੇ ਆਪਣੀਆਂ? ਪੋਜ਼ਿਟਿਵ। ਐਂਡ ਆਫ ਕੋਰਸ ਪੋਜ਼ਿਟਿਵ ਕੁਆਂਟੀਟੀਜ਼ ਦੇ ਨਾਲ ਡੀਲ ਕਰਨਾ ਸੌਖਾ ਹੁੰਦਾ ਆਪਾਂ ਨੂੰ, ਨੈਗੇਟਿਵ ਕੁਆਂਟੀਟੀਜ਼ ਕਿਤੇ ਨਾ ਕਿਤੇ ਕੰਪਲੈਕਸ ਕਰਦੀਆਂ ਚੀਜ਼ਾਂ ਨੂੰ, ਹਰ ਕਿਤੇ ਆਪਾਂ ਨੂੰ ਮਾਈਨਸ ਸਾਈਨ ਨੂੰ ਇਨਕਲੂਡ ਕਰਨਾ ਪੈਂਦਾ, ਹੈ ਨਾ। ਗॉट इट? ਸੋ ਇਹ ਜਿੰਨਾ ਪਾਰਟ ਹੈ ਕਿ ਸਾਰਾ ਕਨਸੈਪਚੁਅਲ ਪਾਰਟ ਸੀਗਾ ਕਿ ਹਾਂ ਕਿਸ ਤਰੀਕੇ ਨਾਲ ਆਪਾਂ ਕੋਆਰਡੀਨੇਟ ਸਿਸਟਮ ਨੂੰ ਕੰਸੀਡਰ ਕਰਨਾ ਹੈ ਜਦੋਂ ਵੀ ਇਰੇਜ਼ ਕਰਦਾ ਪਾਰਟ ਹੈ। ਯੈਸ ਸਰ। ਰਾਈਟ, ਸੋ ਜਦੋਂ ਵੀ ਆਪਾਂ
ਆ ਗਿਵਨ ਹੋਊਗਾ ਤੁਹਾਨੂੰ ਕਿ ਲੈਟਸ ਸਪੋਜ਼ ਕੋਈ ਬਿਲਡਿੰਗ ਹੈ, ਕੋਈ ਟਾਵਰ ਹੈ, ਉਹਦੇ ਉੱਤੇ ਕੋਈ ਪਰਸਨ ਖੜਾ ਐਂਡ ਉਹਨੇ ਕੀ ਕੀਤਾ, ਕਿਸੇ ਬਾਲ ਨੂੰ ਇਸ ਤਰੀਕੇ ਨਾਲ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ ਸੁੱਟਿਆ ਐਂਡ ਓਵਰਆਲ ਦਾ ਮੋਸ਼ਨ ਦੱਸੋ ਕਿੱਦਾਂ ਦਾ। ਤਾਂ ਜਦੋਂ ਵੀ ਤੁਹਾਨੂੰ ਨਿਊਮੈਰੀਕਲ ਸੋਲਵ ਕਰਨਾ, ਆਲਵੇਜ਼ ਪ੍ਰੈਫਰ ਤੁਸੀਂ ਕੀ ਕਰਨਾ ਕਿ ਇਹ ਵਾਲੀ ਐਕਸਿਸ ਨੂੰ ਪੋਜ਼ਿਟਿਵ ਐਕਸ ਮੰਨ ਲੈਣਾ ਐਂਡ ਨੀਚੇ ਵੱਲ ਨੂੰ ਪੋਜ਼ਿਟਿਵ ਵਾਈ ਕੰਸੀਡਰ ਕਰਨਾ ਆਪਾਂ ਆਲਵੇਜ਼। ਨਿਊਮੈਰੀਕਲਸ ਬਹੁਤ ਸੌਖੇ ਨਿਕਲੂਗੇ। ਅਦਰਵਾਈਜ਼ ਜੇ ਤੁਸੀਂ ਉਲਟਾ ਕੰਸੀਡਰ ਕਰ ਲਿਆ, ਉੱਪਰ ਵੱਲ ਨੂੰ ਪੋਜ਼ਿਟਿਵ ਵਾਈ, ਇੱਧਰ ਨੂੰ ਪੋਜ਼ਿਟਿਵ ਐਕਸ, ਤਾਂ ਫਿਰ ਹਰ ਕਿਤੇ ਮਾਈਨਸ ਮਾਈਨਸ ਹੀ ਫਸੇ ਰਹਿ ਜਾਣਾ ਤੁਸੀਂ। ਕਰਨ ਨੂੰ ਕੀਤਾ ਜਾ ਸਕਦਾ, ਆਨਸਰ ਉਹਦੇ ਨਾਲ ਵੀ ਆ ਜਾਊਗਾ, ਬਟ ਦਿੱਕਤ ਵਾਲੀ ਗੱਲ ਹੈ ਉਹਨੇ ਚੀਜ਼ਾਂ ਨੂੰ ਕੰਪਲੈਕਸ ਕਰਨਾ ਹੈ, ਤਾਂ ਆਪਾਂ ਇਦਾਂ ਪ੍ਰੈਫਰ ਨਹੀਂ ਕਰਾਂਗੇ, ਰਾਈਟ। ਦਿਸ ਇਜ਼ ਦ ਬੈਟਰ ਵੇ। ਇਹ ਮੈਂ ਐਕਸਪਲੇਨ ਕਰ ਰਿਹਾ ਇੱਥੇ, ਇਵਨ ਬੁੱਕਸ ਦੇ ਵਿੱਚ ਵੀ ਇਸੇ ਤਰੀਕੇ ਨਾਲ ਲੈ ਕੇ ਚੱਲਿਆ ਹੋਊਗਾ, ਬਟ ਉੱਥੇ ਆਈ ਡੋਂਟ ਥਿੰਕ ਸੋ ਇੰਨਾ ਡੀਪਲੀ ਐਕਸਪਲੇਨ ਕੀਤਾ ਹੋਊਗਾ ਕਿ ਕੀ ਰੀਜ਼ਨ ਆਪਾਂ ਇਦਾਂ ਲੈ ਕੇ ਚੱਲ ਰਹੇ ਹਾਂ। ਕੋਈ ਵੀ ਡਾਊਟ ਕਿਸੇ ਨੂੰ ਹੈਗਾ ਦੱਸੋ। ਨਹੀਂ ਜੀ, ਚਲਿਏ ਅੱਗੇ। यस सर। ठीक है, ਹੁਣ ਇੱਕ ਛੋਟਾ ਜਿਹਾ ਮੈਥਮੈਟੀਕਲ ਪਾਰਟ ਆਪਣਾ, ਆਪਾਂ ਦੇਖਣੀ ਹੈ ਬੋਡੀ ਦੀ ਟ੍ਰੈਜੈਕਟਰੀ। ਆ ਇੱਕ ਮੈਂ ਟਰਮ ਲਿਖੀ ਹੈ, ਤਾਂ ਮੀਨਿੰਗ ਜੇ ਕਿਸੇ ਨੂੰ ਪਤਾ ਪਹਿਲਾਂ ਦੱਸਿਓ, ਕਿਸੇ ਨੂੰ ਵੀ ਪਤਾ। ਕੈਮਰੇ ਸਾਰਿਆਂ ਨੇ ਫਿਰ ਤੋਂ ਆਫ ਕਰ ਲਏ। What is the meaning of trajectory? No idea. ਇਹ ਤਾਂ ਜਨਰਲ ਇੰਗਲਿਸ਼ ਦਾ ਵਰਡ ਹੈ, ਇਦਾਂ ਨਹੀਂ ਹੈਗਾ ਕਿ ਫਿਜ਼ਿਕਸ ਦਾ ਹੀ ਵਰਡ ਹੈ, ਜਨਰਲ ਇੰਗਲਿਸ਼ ਦਾ ਵਰਡ ਹੈ, ਕਾਮਨ ਲਾਈਫ 'ਚ ਵੀ ਯੂਜ਼ ਹੋ ਸਕਦਾ। ਟ੍ਰੈਜੈਕਟਰੀ ਹੁੰਦੀ ਹੈ ਕਿਸੇ ਬੋਡੀ ਦਾ ਐਕਚੁਅਲ ਪਾਥ ਕਿੱਦਾਂ ਦਾ ਹੈਗਾ। ਕੋਈ ਵੀ ਮੋਸ਼ਨ ਹੋ ਰਿਹਾ ਕਿਸੇ ਬੋਡੀ ਦਾ, ਕੋਈ ਲੈਟਸ ਸਪੋਜ਼ ਬੋਡੀ ਹੈ, ਜਿਵੇਂ ਆਪਾਂ ਸਟੋਨ ਦੀ ਗੱਲ ਕਰ ਰਹੇ ਹਾਂ ਜਾਂ ਬਾਲ ਦੀ ਗੱਲ ਕਰ ਰਹੇ ਹਾਂ, ਤਾਂ ਐਕਚੁਅਲ ਉਹਨੇ ਕਿੱਦਾਂ ਦਾ ਪਾਥ ਲਿੱਤਾ, ਉਹਦੀ ਟ੍ਰੈਜੈਕਟਰੀ ਹੈ, ਠੀਕ ਹੈ। ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਂਜੀ ਇੱਥੋਂ ਆਪਾਂ ਸੁੱਟਿਆ, ਦਿਸ ਵਾਸ ਦ ਓਰੀਜਨ, ਦਿਸ ਵਾਸ ਦ ਐਕਚੁਅਲ ਪਾਥ, ਤਾਂ ਇਹਦੇ ਪਾਥ ਨੂੰ ਡਿਸਕ੍ਰਾਈਬ ਕਰਨ ਦੇ ਲਈ ਆਪਾਂ ਕੋਲ ਜਿਹੜੀ ਵੀ ਇਕੁਏਸ਼ਨ ਆਊਗੀ ਉਹਦੀ ਟ੍ਰੈਜੈਕਟਰੀ ਦੀ ਇਕੁਏਸ਼ਨ ਹੈ, ਠੀਕ ਹੈ। ਫੋਰ ਐਗਜ਼ਾਮਪਲ ਇੱਕ ਸਿੰਪਲ ਜੀ ਐਕਸਪਲੇਨ ਕਰਦਾ, ਤੁਸੀਂ ਸਟ੍ਰੇਟ ਲਾਈਨ ਤਾਂ ਆਈ ਗੈਸ 8th ਜਾਂ 9th 'ਚ ਵੀ ਹੁੰਦਾ, 7th 'ਚ ਵੀ ਹੁੰਦਾ। ਇਹ ਇਕੁਏਸ਼ਨ ਪੜ੍ਹੀ ਹੋਈ ਹੈ ਤੁਸੀਂ ਜਾਂ ਨਹੀਂ, ਇਹ ਦੱਸਿਓ। आई थिंक सो पढ़ी होएगी या नहीं। जे नहीं तो कोई चक्कर नहीं, स्किप कर दें इनू, नो सर। चलो छोड़ो, लिव इट। ट्रैजेक्टरी मतलब जस्ट ये है कि बॉडी का कितना दा पाथ हैगा, ठीक है। ਇਹਦੇ ਵਿੱਚ ਲਿਟਰਲੀ ਆਪਾਂ ਹੀ ਦੇਖਣਾ ਪਾਥ ਨੂੰ। ਜਦੋਂ ਵੀ ਆਪਾਂ ਕਿਸੇ ਵੀ ਬੋਡੀ ਦਾ ਪਤਾ ਕਰਨਾ ਹੁੰਦਾ ਨਾ, ਕਿਸੇ ਵੀ ਚੀਜ਼ ਦੀ ਆਪਾਂ ਟ੍ਰੈਜੈਕਟਰੀ ਪਤਾ ਕਰਨੀ ਹੈ, ਬੇਸਿਕਲੀ ਆਪਾਂ ਕੀ ਪਤਾ ਕਰਨਾ ਹੁੰਦਾ ਕਿ ਬੋਡੀ ਦਾ x ਦਾ y ਦੇ ਨਾਲ ਕੀ ਰਿਲੇਸ਼ਨ ਹੈ। ਇਹ x ਕੋਆਰਡੀਨੇਟ ਹੈ ਤੇ y ਕੋਆਰਡੀਨੇਟ ਹੈ ਬੋਡੀ ਦਾ। ਫੋਰ ਐਗਜ਼ਾਮਪਲ ਇੱਥੋਂ ਬੋਡੀ ਨੇ ਚੱਲਣਾ ਸ਼ੁਰੂ ਕੀਤਾ, ਬੋਡੀ ਦਾ ਐਕਚੁਅਲ ਮੋਸ਼ਨ ਇਦਾਂ ਦਾ ਹੈਗਾ, ਕਿਸੇ ਵੀ ਪਾਰਟਿਕੂਲਰ ਪੁਆਇੰਟ ਤੇ ਲੈਟਸ ਸਪੋਜ਼ ਮੈਂ ਇੱਥੇ ਗੱਲ ਕਰ ਲਾਂ, ਬੋਡੀ ਦਾ ਕੋਈ ਨਾ ਕੋਈ ਕੋਆਰਡੀਨੇਟ ਹੋਊਗਾ ਨਾ x ਐਂਡ y, ਕਿ x ਐਕਸਿਸ 'ਚ ਕਿੰਨਾ ਡਿਸਟੈਂਸ ਟਰੈਵਲ ਕਰ ਚੁੱਕੀ ਹੈ। ਫੋਰ ਐਗਜ਼ਾਮਪਲ ਇੱਥੋਂ ਇਨੀਸ਼ੀਅਲ ਹੈ ਇਦਾਂ, ਸੋ ਆ ਹੋ ਗਿਆ x ਐਕਸਿਸ 'ਚ ਉਹਨੇ ਕਿੰਨਾ ਡਿਸਟੈਂਸ ਟਰੈਵਲ ਕੀਤਾ, ਦਿਸ ਇਜ਼ x। ਸਿਮਿਲਰਲੀ y ਐਕਸਿਸ ਦੇ ਉੱਤੇ ਕਿੰਨਾ ਉਹਨੇ ਡਿਸਟੈਂਸ ਟਰੈਵਲ ਕੀਤਾ origin ਤੋਂ, ਜਿੱਥੋਂ ਉਹਨੇ ਚੱਲਣਾ ਸ਼ੁਰੂ ਕੀਤਾ, ਦਿਸ ਇਜ਼ ਦਾ y, ਰਾਈਟ। ਸੋ ਉਹ ਕੋਆਰਡੀਨੇਟਸ ਨੇ x ਐਂਡ y। ਇਹਨਾਂ ਦੋਨਾਂ ਦਾ ਆਪਾਂ ਰਿਲੇਸ਼ਨ ਪਤਾ ਕਰਨਾ ਹੈ ਕਿ ਲੈਟਸ ਸਪੋਜ਼ ਆਪਾਂ ਨੂੰ ਇੱਕ ਚੀਜ਼ ਪਤਾ ਕਿ x ਕਿੰਨਾ ਹੈ, ਉਹਦੇ ਅਕੋਰਡਿੰਗਲੀ ਆਪਾਂ y ਪਤਾ ਕਰ ਸਕੀਏ, ਜਾਂ ਫਿਰ ਉਲਟਾ ਜੇ ਆਪਾਂ ਨੂੰ y ਪਤਾ ਤਾਂ ਉੱਥੋਂ ਆਪਾਂ x ਪਤਾ ਕਰ ਸਕੀਏ। ਟ੍ਰੈਜੈਕਟਰੀ ਦਾ ਮਤਲਬ ਕੁਝ ਇਦਾਂ ਦਾ ਹੈ, ਠੀਕ ਹੈ। ਇੱਕ ਵਾਰੀ ਪੂਰਾ ਆਰਟੀਕਲ ਦੇਖਦੇ ਹਾਂ, ਛੋਟਾ ਜਿਹਾ ਆਰਟੀਕਲ ਹੈ, ਬਹੁਤ ਟਾਈਮ ਨਹੀਂ ਲੱਗੂਗਾ, ਦੈਨ ਐਂਡ 'ਚ ਆਪਾਂ ਦੇਖਾਂਗੇ ਕਿ ਕੀ ਮਤਲਬ ਨਿਕਲਿਆ ਪ੍ਰੋਜੈਕਟਾਈਲ ਦਾ। ਅਗੇਨ ਸਭ ਤੋਂ ਪਹਿਲਾਂ ਆਪਾਂ ਇਹ ਕਰਦੇ ਹਾਂ, ਇਹ ਨਾਲ ਦੀ ਨਾਲ ਲਿਖੀ ਚੱਲਿਓ, ਠੀਕ ਹੈ। ਮੈਥਮੈਟੀਕਲ ਪਾਰਟ ਹੀ ਹੈ ਤਾਂ ਸਾਰਾ। ਹੌਰੀਜ਼ੌਂਟਲ ਮੋਸ਼ਨ ਐਂਡ ਵਰਟੀਕਲ ਮੋਸ਼ਨ, ਦੋਨੋਂ ਦੇ ਜਿਹੜੇ ਮੋਸ਼ਨਸ ਨੇ ਉਹਨਾਂ ਨੂੰ ਆਪਾਂ ਅਲੱਗ-ਅਲੱਗ ਇੱਥੇ ਅਗੇਨ ਸਟੱਡੀ ਕਰਨਾ ਹੈ। ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਹੌਰੀਜ਼ੌਂਟਲ ਮੋਸ਼ਨ ਦੀ। ਜਿਵੇਂ ਆਪਾਂ ਕੋਲ ਇਕੁਏਸ਼ਨ ਹੁੰਦੀ ਹੈ s = ut + ½ at²। ਇਹਨੂੰ ਆਪਾਂ ਦੋਨਾਂ ਕਿਤੇ ਯੂਜ਼ ਕਰਦੇ ਹਾਂ, ਦੋਨੋਂ ਅਲੱਗ-ਅਲੱਗ ਮੋਸ਼ਨਸ ਦੇ ਲਈ। ਚਲੋ ਪਹਿਲਾਂ ਜੇ ਮੈਂ ਹੌਰੀਜ਼ੌਂਟਲ ਦੀ ਯੂਜ਼ ਕਰਾਂ ਤਾਂ ਮੈਂ ਕੀ ਲਿਖੂੰਗਾ ਇਹਨੂੰ, ਦੈਟ ਇਜ਼ y = uyt + ½ ay, ਸੌਰੀ x ਨਾ, ਹੌਰੀਜ਼ੌਂਟਲ ਹੈ ax and t²। ਸਿਮਿਲਰਲੀ ਜੇ ਮੈਂ ਵਰਟੀਕਲ ਮੋਸ਼ਨ ਦੇ ਲਈ ਯੂਜ਼ ਕਰਨੀ ਹੋਵੇ ਸੇਮ ਇਕੁਏਸ਼ਨ, ਮੈਂ ਕੀ ਲਿਖ ਸਕਦਾ ਹਾਂ, y = uy * t + ½ ay * t²। राइट है।
ਉਹ ਤੋਂ ਬਾਅਦ ਦੋ ਤਿੰਨ ਚੀਜ਼ਾਂ ਆਪਾਂ ਦੇਖਦੇ ਹਾਂ। ਇਸੇ ਇਕੁਏਸ਼ਨ ਨੂੰ ਬਹੁਤ ਜ਼ਿਆਦਾ ਸਿੰਪਲੀਫਾਈ ਆਪਾਂ ਕਰਾਂਗੇ। ਆਪਾਂ ਆਲਰੇਡੀ ਕੀ ਕਿਹਾ ਸੀਗਾ ਕਿ ਜਦੋਂ ਵੀ ਬੋਡੀ ਇਸ ਡਾਇਰੈਕਸ਼ਨ 'ਚ ਸੁੱਟੀ ਆਪਾਂ ਹੌਰੀਜ਼ੌਂਟਲ 'ਚ, ਤਾਂ ਬੋਡੀ ਦੀ ਜਿੰਨੀ ਵੈਲੋਸਿਟੀ ਹੈਗੀ ਹੈ ਇਨੀਸ਼ੀਅਲ, ਉਹ ਸਾਰੀ ਦੀ ਸਾਰੀ ਹੌਰੀਜ਼ੌਂਟਲ ਐਕਸਿਸ 'ਚ ਹੈ, ਐਕਸ ਐਕਸਿਸ 'ਚ ਹੈ। ਵਾਈ ਐਕਸਿਸ ਦੇ ਵਿੱਚ ਤਾਂ ਇਨੀਸ਼ੀਅਲ ਵੈਲੋਸਿਟੀ ਨਹੀਂ ਸੀਗੀ ਬੋਡੀ ਦੀ, ਸੋ ਇਹ ਵਾਲੇ ਪਾਰਟ ਨੂੰ ਆਪਾਂ ਕੀ ਕਰ ਦਾਂਗੇ, ਬਿਲਕੁਲ ਜ਼ੀਰੋ। ਠੀਕ ਹੈ, ਸੋ ਇਹਨੂੰ ਆਪਾਂ ਕੀ ਲਿਖਤਾ, y ਇਜ਼ ਇਕੁਅਲਸ ਟੂ, ਇਹ ਪਾਰਟ ਤੱਕ ਹਟਾਤਾ, ਹਾਫ ए वाई इंटू टी द स्क्वायर। सिमिलरली ਜਿਹੜੀ ਐਸਲਰੇਸ਼ਨ ਹੈ y ਐਕਸਿਸ 'ਚ, ਉਹ ਤਾਂ ਸਮਾਲ ਜੀ ਹੈ ਨਾ, ਐਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੈ y ਐਕਸਿਸ ਦੇ ਵਿੱਚ। ਸੋ ਸਾਰੀ ਇਕੁਏਸ਼ਨ ਨੂੰ ਆਪਾਂ ਦੇਖੋ ਸਿੰਪਲੀਫਾਈ ਕਰਕੇ ਬਸ ਆ ਲਿਖਤਾ, y ਇਜ਼ ਇਕੁਅਲਸ ਟੂ ਹਾਫ gt ਸਕੁਆयर। ਜਿੱਥੇ ਜਿਹਨੂੰ ਡਾਊਟ ਆਂਦਾ ਮੈਨੂੰ ਕਹਿ ਸਕਦੇ ਹੋ ਨਾਲ ਹੀ, ਰਾਈਟ। ਸਿਮਿਲਰਲੀ ਹੁਣ ਜੇ ਆਹ ਵਾਲੀ ਇਕੁਏਸ਼ਨ ਦੀ ਆਪਾਂ ਗੱਲ ਕਰੀਏ, that is x is equals to ux into t, ਆ ਸਾਰਾ ਪਾਰਟ ਜ਼ੀਰੋ ਹੋ ਜਾਊਗਾ। ਸਿਮਰਨਪ੍ਰੀਤ ਦੱਸੋ ਕਾਹ ਤੋਂ ਜ਼ੀਰੋ ਹੋ ਜਾਊਗਾ? ਹਾਂਜੀ ਸਿਮਰਨਪ੍ਰੀਤ, ਅਨਮਿਊਟ ਕਰਕੇ ਦੱਸੋ ਕੀ ਲੱਗਦਾ? एक्सप्लेन कर चुके हैं ऑलरेडी ये तो इसे लेक्चर जी। नो आइडिया। कवलजीत कौर दसो जी। कवलजीत नॉट रिस्पॉन्डिंग। चलो देखो ऑलरेडी ਆਪਾਂ ਕਿਹਾ ਸੀਗਾ ਕਿ ਐਸਲਰੇਸ਼ਨ ਜਿੰਨੀ ਹੈਗੀ ਹੈ ਬੋਡੀ ਦੇ ਉੱਤੇ ਗ੍ਰੈਵਿਟੀ ਲੱਗ ਰਹੀ ਹੈ। ਗ੍ਰੈਵਿਟੀ ਦੀ ਡਾਇਰੈਕਸ਼ਨ ਕਿਹੜੀ ਹੁੰਦੀ ਹੈ? ਵਰਟੀਕਲ ਡਾਊਨਵਰਡਸ। ਗ੍ਰੈਵਿਟੀ ਕਦੇ ਐਕਸ ਐਕਸਿਸ 'ਚ ਨਹੀਂ ਲੱਗ ਸਕਦੀ, ਹੌਰੀਜ਼ੌਂਟਲ ਮੋਸ਼ਨ 'ਚ ਨਹੀਂ ਲੱਗਦੀ ਹੈਗੀ, ਰਾਈਟ। ਮੀਟਿੰਗ ਹੋ ਸਕਦਾ ਆਪਣੀ ਵਿੱਚੇ ਕੱਟੀ ਜਾਵੇ, ਜੇ ਵਿੱਚੇ ਕੱਟਦੀ ਹੈ ਜਸਟ 5 ਮਿੰਟ ਦਾ ਹਾਰਡਲੀ ਪਾਰਟ ਹੈ, ਦੁਬਾਰਾ ਤੋਂ ਜੁਆਇਨ ਕਰ ਲਿਓ, ਠੀਕ ਹੈ। ਉਹ ਤੋਂ ਬਾਅਦ ਹੀ ਬਸ ਖਤਮ ਹੋਣ ਵਾਲਾ ਹੈ, ਠੀਕ ਹੈ, ਬਿਕੋਜ਼ ਹਾਰਡਲੀ 1 ਮਿੰਟ ਰਿਮੇਨਿੰਗ ਆਈ ਥਿੰਕ ਸੋ। ਜੇ ਕੰਪਲੀਟ ਹੁੰਦਾ ਦੈਨ ਵੈਲ ਐਂਡ ਗੁੱਡ ਹੈ। x ਦੀ ਵੈਲਿਊ ਆਪਾਂ ਕੋਲ ਆ ਜੂਗੀ, ਜਸਟ x ਇਜ਼ ਇਕੁਅਲਸ ਟੂ ux ਇਨਟੂ t। ਆ ਪਾਰਟ ਸਾਰਾ ਜ਼ੀਰੋ ਹੋ ਚੁੱਕਿਆ ਬਿਕੋਜ਼ ਐਸਲਰੇਸ਼ਨ ਬੋਡੀ ਦੀ x ਐਕਸਿਸ 'ਚ ਬਿਲਕੁਲ ਨਹੀਂ ਹੈਗੀ, ਹੈ ਨਾ, ਆਲਰੇਡੀ ਜੋ ਮੈਂ ਐਕਸਪਲੇਨ ਕੀਤਾ ਸੀਗਾ। ਹੁਣ ਬਸ ਆ ਦੋਨੋਂ ਇਕੁਏਸ਼ਨਸ ਨੂੰ ਨਾ ਆਪਾਂ ਆਪਸ 'ਚ ਕਿਸੇ ਤਰੀਕੇ ਨਾਲ ਜੁਆਇਨ ਕਰਨਾ ਹੈ। ਕਿੱਦਾਂ ਕਰ ਸਕਦੇ ਹਾਂ ਆਪਾਂ? ਇਹ ਕਰਦੇ ਹਾਂ, ਆਹ ਵਾਲੀ ਇਕੁਏਸ਼ਨ 'ਚੋਂ t ਦੀ ਵੈਲਿਊ ਫਾਈਂਡ ਆਊਟ ਕਰਦੇ ਹਾਂ। t ਇਜ਼ ਇਕੁਅਲਸ ਟੂ x ਡਿਵਾਈਡਡ ਬਾਈ ux। ਆ ਚੀਜ਼ ਆ ਗਈ ਆਪਾਂ ਕੋਲ। ਇਹਨੂੰ ਇੱਥੋਂ ਕੱਢ ਕੇ ਇਹ ਵਾਲੀ ਪਾਰਟ 'ਚ ਪੁੱਟ ਕਰੀਓ, ਜ਼ਰਾ ਦੱਸਿਓ ਕੀ ਬਣਦਾ। t ਦੀ ਵੈਲਿਊ ਆਪਾਂ ਕੱਢ ਕੇ y ਵਾਲੇ 'ਚ ਪੁੱਟ ਕਰਤੀ, y ਇਜ਼ ਇਕੁਅਲਸ ਟੂ ਹਾਫ g ਨਾਲ t ਦਾ ਸਕੁਆयर। ਦੱਸਿਓ ਕੀ ਬਣਿਆ ਪੁੱਟ ਕਰਕੇ y ਇਜ਼ ਇਕੁਅਲਸ ਟੂ Sir, half into a into x the square divided by ux the square. ਆ ਚੀਜ਼। Yes, sir. a ਦੀ ਜਗ੍ਹਾ ਤੇ g ਕਰਤਾ ਆਪਾਂ, ਉੱਥੇ g ਰੱਖੋ, ਠੀਕ ਹੈ। ਐਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੈ ਬਿਕੋਜ਼ ਉਹ, ਰਾਈਟ। ਆਪਾਂ ਕੋਲ ਆ ਚੀਜ਼ ਬਣ ਚੁੱਕੀ ਹੈ, ਬਾਕੀਆਂ ਦੀ ਵੀ ਬਣ ਗਈ ਪੁੱਟ ਕਰਕੇ। ਸਿੰਪਲੀ ਬਸ ਆਪਾਂ ਇੱਥੋਂ t ਦੀ ਵੈਲਿਊ ਕੱਢੀ ਲੈਫਟ ਵਾਲੀ ਪਾਰਟ ਤੋਂ ਐਂਡ y ਵਾਲੇ ਇਕੁਏਸ਼ਨ 'ਚ ਪੁੱਟ ਕਰਤੀ ਹੋਈ ਹੈ, ਇਕੁਏਸ਼ਨ ਸੈਕੰਡ 'ਚ। ਲੈਟਸ ਕਾਲ ਇਟ ਇਕੁਏਸ਼ਨ ਨੰਬਰ ਸੈਕੰਡ, ਲੈਟਸ ਕਾਲ ਇਟ ਇਕੁਏਸ਼ਨ ਨੰਬਰ 1। ਹੁਣ ਬਸ ਇਹਨੂੰ ਥੋੜਾ ਜਿਹਾ ਰੀਅਰੇਂਜ ਕਰਨਾ ਐਂਡ ਆਪਾਂ ਕੋਲ ਫਾਈਨਲ ਰਿਜ਼ਲਟ ਆਇਆ ਪਿਆ। ਦੇਖੋ y ਇਜ਼ ਇਕੁਅਲਸ ਟੂ g ਬਾਈ 2 ux ਦਾ ਸਕੁਆयर ਮਲਟੀਪਲਾਈਡ ਬਾਈ x ਦਾ ਸਕੁਆयर। ਇੱਥੇ ਜ਼ਰਾ ਇੱਕ ਚੀਜ਼ ਤੇ ਫੋਕਸ ਕਰੋ ਜ਼ਰਾ। ਆ ਜਿੰਨਾ ਪਾਰਟ ਮੈਂ ਬ੍ਰੈਕਟ ਦੇ ਵਿੱਚ ਲਿਖਿਆ, ਇਹ ਸਾਰਾ ਪਾਰਟ ਕੀ ਹੈ? ਕਨਸਟੈਂਟ ਹੈ। ਉੱਪਰ ਕੀ ਲਿਖਿਆ ਹੋਇਆ? ਸਮਾਲ ਜੀ। ਐਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੈ, ਇਹਦੀ ਵੈਲਿਊ ਤਾਂ ਵੈਸੇ ਚੇਂਜ ਨਹੀਂ ਹੁੰਦੀ, 9.8 ਮੀਟਰ ਪਰ ਸੈਕੰਡ ਸਕੁਆयर ਹੀ ਹੈ। ਸਿਮਿਲਰਲੀ ਨੀਚੇ ਦੀ ਗੱਲ ਕਰੀਏ ਜੇ ਡਿਨੋਮੀਨੇਟਰ ਦੀ, ਇੱਥੇ ਹੈਗਾ 2, ਇਹ ਤਾਂ ਵੈਸੇ ਹੀ ਨੰਬਰ ਹੈ, ਤਾਂ ਵੈਸੇ ਕਨਸਟੈਂਟ ਹੈ। ਆ ਸੀਗੀ ਇਨੀਸ਼ੀਅਲ ਵੈਲੋਸਿਟੀ, ਉਹ ਤਾਂ ਜਸਟ ਆਪਾਂ ਇੱਕ ਵਾਰੀ ਸੁੱਟਦਾ ਨਾ, ਉਹ ਤਾਂ ਜੋ ਇੱਕ ਵਾਰੀ ਉਹਦੀ ਵੈਲਿਊ ਹੈਗੀ ਉਹ ਨੰਬਰ ਹੈ। ਸੋ ਜਿੰਨਾ ਪਾਰਟ ਬ੍ਰੈਕਟ ਦੇ ਵਿੱਚ ਲਿਖਿਆ ਉਹ ਸਾਰਾ ਕਨਸਟੈਂਟ ਹੈ, ਸਿੱਧਾ ਦਿਖ ਰਿਹਾ ਤੁਹਾਨੂੰ, ਹੈ ਨਾ। ਸੋ ਇਸ ਪੂਰੇ ਕਨਸਟੈਂਟ ਦੀ ਜੋ ਵੀ ਵੈਲਿਊ ਹੈਗੀ ਉਹਨੂੰ ਆਪਾਂ ਜਸਟ ਇੱਕ ਸਿੰਬਲ ਦੇ ਨਾਲ ਡਿਨੋਟ ਕਰਤਾ ਇੱਥੇ k ਦੇ ਨਾਲ, ਬਿਕੋਜ਼ ਇਟ ਇਜ਼ ਅ ਕਨਸਟੈਂਟ, ਰਾਈਟ। ਸੋ ਲੈਟਸ ਕਾਲ ਇਟ k। ਸੋ ਸਿੰਪਲੀ ਆਪਾਂ ਕੋਲ ਫਾਈਨਲ ਰਿਜ਼ਲਟ ਆਪਣਾ ਕੀ ਬਣਦਾ? y ਇਜ਼ ਇਕੁਅਲਸ ਟੂ k into x ਦਾ ਸਕੁਆयर। ਇਹ ਆਪਣੀ ਫਾਈਨਲ ਇਕੁਏਸ਼ਨ ਆਈ ਹੈ। ਲਿਖ ਲਿਆ ਇੱਥੇ ਤੱਕ ਸਾਰਿਆਂ ਨੇ, ਰਾਈਟ? Yes, sir. ਰਾਈਟ। ਹੁਣ ਜਿਹੜੀ ਆ ਇਕੁਏਸ਼ਨ ਹੈ
मैं लिखिया y इज इक्वल्स टू kx स्क्वायर। ਇਹ ਤੁਸੀਂ ਫਰਦਰ ਮੈਥਮੈਟਿਕਸ 'ਚ ਪੜਨਾ, ਫਿਜ਼ਿਕਸ ਦਾ ਬਹੁਤ ਸਾਰਾ ਪਾਰਟ ਹੈ ਜੋ ਮੈਥਮੈਟਿਕਸ ਦੀ ਉਹ 'ਚ ਰਿਕੁਆਇਰਮੈਂਟ ਹੋਊਗੀ, ਰਾਈਟ। ਆ ਇਕੁਏਸ਼ਨ ਮੈਥਮੈਟਿਕਸ 'ਚ ਤੁਸੀਂ ਪੜੋਗੇ, ਦਿਸ ਇਜ਼ ਦ ਇਕੁਏਸ਼ਨ ਆਫ ਅ ਸ਼ੇਪ ਵਿਚ ਇਜ਼ ਕਾਲਡ ਪੈਰਾਬੋਲਾ, ਰਾਈਟ। ਪੈਰਾਬੋਲਾ ਹੁੰਦਾ ਕਿਦਾਂ ਦਾ, ਤੁਸੀਂ ਇਵਨ ਜਦੋਂ ਮੀਟਿੰਗ ਖਤਮ ਹੁੰਦੀ ਹੈ ਗੂਗਲ ਕਰ ਸਕਦੇ ਹੋ, ਬਟ ਬੇਸਿਕਲੀ ਉਹਦੀ ਸ਼ੇਪ ਇਦਾਂ ਦੀ ਹੁੰਦੀ ਹੈ, ਜਿਵੇਂ ਆਪਾਂ ਆਹ ਚੀਜ਼ ਕਹੀ ਸੀ ਨਾ ਕਿ ਨੀਚੋਂ ਬੋਡੀ ਨੇ ਪਰਸਨ ਨੇ ਸੁੱਟਿਆ ਬਾਲ ਨੂੰ, ਓਵਰਆਲ ਉਹਨੇ ਕੁਛ ਇਦਾਂ ਦਾ ਮੋਸ਼ਨ ਕੀਤਾ, ਰਾਈਟ। ਪੈਰਾਬੋਲਾ ਲਿਟਰਲੀ ਲੁਕਸ ਲਾਈਕ ਦਿਸ, ਇਦਾਂ ਦੀ ਸ਼ੇਪ ਨੂੰ ਆਪਾਂ ਪੈਰਾਬੋਲਾ ਕਹਿੰਦੇ ਹਾਂ, ਐਂਡ ਉਹਦੀ ਇਕੁਏਸ਼ਨ ਕੁਛ ਨਾ ਕੁਛ ਇਦਾਂ ਦੀ ਹੁੰਦੀ ਹੈ। y ਇਜ਼ ਇਕੁਅਲਸ ਕੁਛ ਵੀ ਹੋ ਸਕਦਾ ਬਾਏ ਦ ਵੇ, ਇਹ ਜ਼ਰੂਰੀ ਨਹੀਂ ਕਿ y ਇਜ਼ ਇਕੁਅਲਸ ਟੂ ਕਨਸਟੈਂਟ ਇਨਟੂ k ਸਕੁਅਰ ਹੋਵੇ। ਫੋਰ ਐਗਜ਼ਾਮਪਲ ਇਹ ਵੀ ਹੋ ਸਕਦਾ y ਇਜ਼ ਇਕੁਅਲਸ ਟੂ ਕੋਈ ਕਨਸਟੈਂਟ ਹੈ, ਇੱਥੇ x ਦਾ ਸਕੁਅਰ ਹੈ, ਇਹ ਵੀ ਹੋ ਸਕਦਾ x ਇਜ਼ ਇਕੁਅਲਸ ਟੂ ਕੋਈ ਕਨਸਟੈਂਟ ਹੈ ਨਾਲ ਇੱਥੇ y ਦਾ ਸਕੁਅਰ ਹੋਵੇ, ਇਹ ਵੀ ਹੋ ਸਕਦਾ y ਇਜ਼ ਇਕੁਅਲਸ ਟੂ ਮਾਈਨਸ ਆਫ kx ਸਕੁਅਰ ਹੋਵੇ, ਇਹ ਵੀ ਹੋ ਸਕਦਾ x ਇਜ਼ ਇਕੁਅਲਸ ਟੂ ਮਾਈਨਸ ky ਸਕੁਅਰ ਹੋਵੇ। ਅਲੱਗ-ਅਲੱਗ ਟਾਈਪ ਦੇ ਆਪਾਂ ਕੋਲ ਪੈਰਾਬੋਲਾ ਹੁੰਦੇ ਆ, ਰਾਈਟ। ਬਟ ਓਵਰਆਲ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਹਾਂ ਜਿੱਥੇ ਵੀ ਆਪਾਂ ਨੂੰ ਇਦਾਂ ਦੀ ਕੋਈ ਇਕੁਏਸ਼ਨ ਦਿਖ ਰਹੀ ਹੈ y ਇਜ਼ ਇਕੁਅਲਸ ਟੂ ਕੋਈ ਕਨਸਟੈਂਟ ਹੈ ਨਾਲ ਦੂਸਰੇ ਵੇਰੀਏਬਲ ਦਾ ਸਕੁਅਰ ਪਿਆ ਹੋਇਆ, ਦੈਟ ਮੀਨਸ ਜਿਹੜੀ ਉਹਦੀ ਟ੍ਰੈਜੈਕਟਰੀ ਹੈਗੀ ਉਹ ਕਿੱਦਾਂ ਦੀ ਹੋਊਗੀ, ਇੱਕ ਪੈਰਾਬੋਲਾ ਦੀ ਹੋਊਗੀ। ਮਤਲਬ ਜਦੋਂ ਜਿਵੇਂ ਪਾਰਟੀਕਲ ਮੂਵ ਕਰ ਰਿਹਾ ਨਾ ਤਾਂ ਓਵਰਆਲ ਉਹ ਕਿਹੜੀ ਸ਼ੇਪ ਕ੍ਰੀਏਟ ਕਰੂਗਾ ਪੂਰੇ ਮੋਸ਼ਨ ਦੇ ਦੌਰਾਨ, ਇੱਕ ਪੈਰਾਬੋਲਾ। ਪੈਰਾਬੋਲਾ ਦੀ ਇਕੁਏਸ਼ਨ ਬਸ ਤੁਸੀਂ ਯਾਦ ਰੱਖਿਓ, y ਇਜ਼ ਇਕੁਅਲਸ ਟੂ kx ਸਕੁਅਰ, ਠੀਕ ਹੈ। ਦੈਟਸ ਇਟ। ਕੋਈ ਡਾਊਟ ਹੈਗਾ ਤਾਂ ਪੁੱਛੋ, ਦੈਨ ਆਪਾਂ ਐਂਡ ਕਰਦੇ ਹਾਂ। ਨਹੀਂ ਜੀ, No, sir. ਓਕੇ। ਐਂਡ ਪਲੀਜ਼ ਬਾਕੀ ਸਾਰੇ ਰੈਗੂਲਰਿਟੀ ਬਣਾ ਕੇ ਰੱਖੋ, ਅਦਰਵਾਈਜ਼ ਦੇਖਿਏ ਤੁਸੀਂ ਕਾਫੀ ਸਾਰੀਆਂ ਚੀਜ਼ਾਂ ਐ ਹੁੰਦੀਆਂ ਕਿ ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ, ਅਗਲੇ ਲੈਕਚਰ 'ਚ ਯੂਜ਼ ਹੋਣੀ ਹੈ, ਫਿਰ ਸਮਝ ਨਹੀਂ ਆਊਗਾ। ਜਿੰਨੇ ਰੈਗੂਲਰ ਰਹੋਗੇ ਕਾਫੀ ਹੱਦ ਤੱਕ ਉਹ ਚੀਜ਼ਾਂ ਮਾਈਂਡ 'ਚ ਰਹਿੰਦੀਆਂ। ਫਿਰ ਤਾਂ ਇਵਨ ਜੇ ਤੁਸੀਂ ਰੈਗੂਲਰਲੀ ਪੜ੍ਹ ਰਹੇ ਹੋ, ਕਲਾਸਿਸ ਅਟੈਂਡ ਕਰ ਰਹੇ ਹੋ, ਤੁਹਾਨੂੰ ਖੁਦ ਤੋਂ ਰਿਵੀਜ਼ਨ ਵੀ ਨਹੀਂ ਵੀ ਕਰੋਗੇ ਜੇ ਤੁਸੀਂ, ਤਾਂ ਵੀ ਕਾਫੀ ਚੀਜ਼ਾਂ ਹੁੰਦੀਆਂ ਸਿੱਧਾ ਮਾਈਂਡ 'ਚ ਰਹਿ ਜਾਂਦੀਆਂ, ਲੈਕਚਰ ਬਿਕੋਜ਼ ਸੁਣਿਆ ਹੁੰਦਾ, ਰਾਈਟ। ਲੈਕਚਰ 'ਚ ਵੀ ਨਹੀਂ ਸੁਣਾਂਗੇ ਆਪਾਂ, ਰਿਵੀਜ਼ਨ ਵੀ ਨਹੀਂ ਕਰਾਂਗੇ, ਦਿੱਕਤ ਫੇਰ ਆਊਗੀ, ਸਿੱਧੀ ਗੱਲ ਹੈ। ਓਕੇ ਚਲੋ ਠੀਕ ਹੈ, ਦੈਟਸ ਇਟ।